ਪ੍ਰਤੱਖ ਗੁਰੂ ਨਿਸਤਾਰੇ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਸੁਖਾਉ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮਿ, ਨੂਰ ਅਰਸੋ ਕਰਸੋ ਝਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ। ਦੋਹਰਾ ਧਰੇ ਦੁਪਹਿਰੇ ਖਾਲਸੇ, ਕੀਨਸ ਬਿਜਿਆ ਪਾਨ। ਵਾਹਿਗੁਰੂ। ਸੌਚ ਇਸ਼ਨਾਨ ਮਹਾਨ ਕਰ, ਭਏ ਸਕਲ ਸਾਵਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਸਤ ਸੰਗਤ ਦਾ ਸੁਭਾਗ ਸਮਾਂ ਬਖਸ਼ਿਆ ਹੈ। ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਜਿਸ ਨੂੰ ਪਹਿਲਾ ਪ੍ਰਕਾਸ਼ ਦਿਹਾੜਾ ਕਿਹਾ ਜਾਂਦਾ ਹੈ। ਨਾ ਉਹ ਮਰੈ, ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ, ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ। ਇਹ ਮਹਾਰਾਜ ਨੇ ਗੁਰਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ। ਦੁਨੀਆ ਵਿੱਚ ਜਿਸ ਦਾ ਜਨਮ ਹੋਇਆ ਹੈ, ਉਹਦਾ ਕਾਲ ਵੀ ਆਏਗਾ, ਉਹਦੀ ਮੌਤ ਵੀ ਹੋਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਪਰ ਕਦੇ ਉਹ ਦਿਨ ਨਹੀਂ ਆਵੇਗਾ ਜਦੋਂ ਸਾਨੂੰ ਬਰਸੀ ਮਨਾਉਣੀ ਪਵੇਗੀ। ਜੁਗੋ ਜੁਗ ਅਟਲ ਤਿਆਂ ਤਾਂ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਨਾਲ ਕੇਵਲ ਇਹ ਸ਼ਬਦ ਲੱਗਦਾ ਹੈ, ਜੁਗੋ ਜੁਗ ਅਟਲ, ਸਦਾ ਰਹਿਣ ਵਾਲੇ। ਨਾ ਉਹ ਮਰੈ, ਨਾ ਹੋਵੈ ਸੋਗ, ਨਾ ਕਿਤੇ ਜਾਣਗੇ, ਨਾ ਕਦੇ ਦੁੱਖ ਹੋਵੇਗਾ। ਦਿੰਦਾ ਰਹੈ, ਦਾਤਾਂ ਦਈ ਜਾ ਰਿਹਾ, ਦਈ ਜਾ ਰਿਹਾ। ਨਾ ਚੂਕੈ ਭੋਗ, ਪਦਾਰਥਾਂ ਦੀ ਕਦੇ ਘਾਟ ਨਹੀਂ ਹੈ। ਮੈਂ ਵੀ ਮੰਗਦਾ ਪਿਆ, ਤੁਸੀਂ ਵੀ ਮੰਗਦੇ ਪਏ। ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਮੰਗਣ ਵਾਲੇ ਆਏ, ਤੇ ਸਾਡੇ ਤੋਂ ਬਾਅਦ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਮੰਗਦੇ ਹੀ ਰਹਿਣਗੇ, ਪਰ ਕਦੇ ਪਦਾਰਥਾਂ ਦਾ ਘਾਟਾ ਨਹੀਂ ਆਵੇਗਾ। ਦਿੰਦਾ ਰਹੈ, ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ। ਗੁਣ ਤੇ ਬੜੇ ਨੇ, ਪਰ ਸਭ ਤੋਂ ਵੱਡਾ ਗੁਣ ਇਹ ਹੈ, ਮਹਾਰਾਜ ਨੇ ਬਖਸ਼ਿਸ਼ ਕੀਤਾ। ਗੁਣ ਇਹੋ ਲਾਸਾਨੀ ਸਾਲਾਨੀ, ਵੱਡਾ ਗੁਣ ਉਹ ਇਹ ਹੈ, ਹੋਰ ਨਾ ਹੀ ਕੋਏ। ਕਿਉਂਕਿ ਉਸ ਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਇਹ ਹੈ ਸਭ ਤੋਂ ਵੱਡਾ ਗੁਣ। ਬੰਦੇ ਵਰਗਾ ਬੰਦਾ ਹੋ ਸਕਦਾ ਹੈ, ਪਸ਼ੂ ਵਰਗਾ ਪਸ਼ੂ ਹੋ ਸਕਦਾ ਹੈ,
ਦੇਵਤੇ ਵਰਗਾ ਦੇਵਤਾ ਹੋ ਸਕਦਾ ਹੈ, ਪੈਗੰਬਰ ਵਰਗਾ ਪੈਗੰਬਰ ਹੋ ਸਕਦਾ ਹੈ, ਸੰਤ ਵਰਗਾ ਸੰਤ ਹੋ ਸਕਦਾ ਹੈ, ਪਰ ਗੁਰਮੁਖੋ ਪ੍ਰਮਾਤਮਾ ਵਰਗਾ ਦੂਜਾ ਪ੍ਰਮਾਤਮਾ ਨਹੀਂ ਜੇ ਹੋ ਸਕਦਾ। ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ, ਨਾ ਕੋ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਵੇਗਾ। ਐਸੇ ਗੁਰੂ ਦਾ ਆਪਾਂ ਪ੍ਰਕਾਸ਼ ਦਿਹਾੜਾ ਅੱਜ ਮਨਾ ਰਹੇ ਹਾਂ। ਸਤਿਗੁਰਾਂ ਦੇ ਇਤਿਹਾਸ ਦੀ ਕਥਾ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਆਓ ਕੁਝ ਮਿੰਟਾਂ ਵਾਸਤੇ ਮਹਾਰਾਜ ਦੇ ਇਤਿਹਾਸ ਨੂੰ ਸਰਵਣ ਕਰੀਏ। ਫਿਰ ਜਿਹੜਾ ਅੱਜ ਦਿਹਾੜਾ ਆਪਾਂ ਨੂੰ ਪ੍ਰਾਪਤ ਹੋ ਰਿਹਾ ਨਾ, ਪ੍ਰਕਾਸ਼ ਦਿਹਾੜਾ, ਉਸ ਦੇ ਸੰਬੰਧੀ ਵੀ ਆਪਾਂ ਵਿਚਾਰ ਸਰਵਣ ਕਰਾਂਗੇ। ਸੋ ਆਓ ਆਪਣੇ ਧਿਆਨ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਚੱਲੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਘੇਰਾ ਪਾਉਣ ਵਾਸਤੇ 3 ਲੱਖ ਦੀ ਵੱਡੀ ਫੌਜ ਲੈ ਕੇ ਪਹਾੜੀਆਂ ਨੇ ਹਮਲਾ ਕੀਤਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ ਇਹੋ ਜਿਹਾ ਡਟ ਕੇ ਜੰਗ ਕੀਤਾ, ਸਮਝ ਗਏ ਪਹਿਲੇ ਹੱਲੇ ਦੇ ਨਾਲ ਵੀ ਜਿੱਤਿਆ ਨਹੀਂ ਜਾਏਗਾ। ਹੁਣ ਪਹਾੜੀਏ ਰਾਜੇ ਫੌਜ ਲੈ ਕੇ ਪਿੱਛੇ ਹਟ ਗਏ, ਅਨੰਦਪੁਰ ਸਾਹਿਬ ਤੋਂ ਪਿੱਛੇ ਹੋ ਗਏ। ਵਿਉਂਤ ਕੀ ਬਣਾਈ ਹੈ? ਵਿਉਂਤ ਇਹ ਬਣਾਈ ਹੈ ਘੇਰਾ ਪਾ ਕੇ ਬੈਠ ਜਾਓ, ਜੰਗ ਨਾ ਕਰੋ, ਜੰਗ ਕਰਕੇ ਨਹੀਂ ਆਪਾਂ ਜਿੱਤ ਸਕਾਂਗੇ। ਇਹਨਾਂ ਦਾ ਰਾਸ਼ਨ ਪਾਣੀ ਬੰਦ ਕਰੋ ਜਿਹੜਾ ਬਾਹਰੋਂ ਜਾਂਦਾ ਹੈ। ਰਾਸ਼ਨ ਪਾਣੀ ਮੁੱਕੇਗਾ, ਆਪਣੇ ਆਪ ਬਾਹਰ ਨਿਕਲਣਗੇ, ਫਿਰ ਆਪਾਂ ਮਾਰਾਂਗੇ। ਇਕੱਲੇ ਇਕੱਲੇ ਨੂੰ ਘੇਰ ਲਵੋ। ਇਹ ਬਚਨ ਇਤਿਹਾਸ ਆਪਾਂ ਪਿੱਛੇ ਸਰਵਣ ਕਰਿਆ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਸਰਵਣ ਕਰੀਏ। ਮਨ ਦਾ ਧਿਆਨ ਟਿਕਾਈਏ। ਮਨ ਦਾ ਧਿਆਨ ਟਿਕਾਉਣ ਵਾਸਤੇ ਸਤਿਗੁਰਾਂ ਦਾ ਚਰਨਾਂ ਦਾ ਆਸਰਾ ਲਈਏ। ਮਿਲ ਕੇ ਆਖੀਏ ਸਤਨਾਮ ਸ੍ਰੀ। ਫਿਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਢਰੇ ਦੁਪਹਿਰੇ ਖਾਲਸੇ ਕੀਨਸ ਬਿਜਿਆ ਪਾਨ। ਪਹਿਲਾ ਦਿਨ ਜੰਗ ਕਰਦਿਆਂ ਲੰਘ ਗਿਆ। ਰਾਤ ਨੂੰ ਸਲਾਹਾਂ ਕਰਕੇ ਪਹਾੜੀਏ ਆਪਣੀ ਫੌਜ ਲੈ ਕੇ ਪਿੱਛੇ ਮੁੜ ਗਏ। ਅਗਲਾ ਦਿਨ ਚੜ੍ਹਿਆ। ਅਗਲੇ ਦਿਨ ਦੁਪਹਿਰ ਤੱਕ ਕੋਈ ਹਮਲਾ ਨਹੀਂ ਹੋਇਆ। ਲੋਕੇ ਮੋਰਚਿਆਂ ਵਿੱਚ ਬੈਠ ਗਿਆ। ਅੱਗੇ ਵਧਣਾ ਖਤਰੇ ਤੋਂ ਖਾਲੀ ਨਹੀਂ ਹੈ। ਮਹਾਰਾਜ ਦੇ ਖਾਲਸੇ ਦੀ ਤੇਗ ਬੜੀ ਤਿੱਖੀ ਹੈ, ਵਧਾਂਗੇ ਤੇ ਮਾਰੇ ਜਾਵਾਂਗੇ। ਦੁਪਹਿਰ ਤੱਕ ਆਪੋ ਆਪਣੀਆਂ ਫੌਜਾਂ ਪਿੱਛੇ ਲੈ ਕੇ ਬੈਠੇ ਹਨ। ਸੌਚ ਸਨਾਨ ਮਹਾਨ ਭਏ ਕਰ ਭਏ ਸਕਲ ਸਾਵਧਾਨ। ਇਧਰੋਂ ਮਹਾਰਾਜ ਜੀਆਂ ਦੇ ਸਿੱਖ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ। ਜੋ ਮਹਾਰਾਜ ਨੇ ਕਿਰਿਆ ਦੱਸੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ। ਹਰ ਨਾਮ ਤੇ ਤੜਕੇ ਉੱਠਣ ਤੋਂ ਭਾਵ ਇਹ ਨਹੀਂ ਵੀ ਜਿੱਦਣ ਅਸੀਂ ਵਿਹਲੇ ਆ ਉਦੋਂ ਹੀ ਉੱਠਣਾ ਹੈ। ਭਾਵੇਂ ਤੂੰ ਜੰਗ ਦੇ ਮੋਰਚੇ ਵਿੱਚ ਵੀ ਬੈਠਾ ਹੋਇਆ ਹੈ ਤਾਂ ਵੀ ਤੇਰਾ ਅੰਮ੍ਰਿਤ ਵੇਲਾ ਜਪਜੀ ਸਾਹਿਬ ਨਾਲ ਹੀ ਸ਼ੁਰੂ ਹੋਵੇ। ਤੇ ਭਾਵੇਂ ਤੂੰ ਕਿਸੇ ਮੁਸੀਬਤ ਵਿੱਚ ਪਿਆ ਹੋਇਆ, ਕਿਸੇ ਪਰਿਵਾਰ ਦੇ ਮੈਂਬਰ ਦੇ ਨਾਲ ਤੂੰ ਹੌਸਪੀਟਲ ਦੇ ਵਿੱਚ ਰਾਤ ਕੱਟੀ ਹੈ ਨਾ, ਉੱਥੇ ਵੀ ਅੰਮ੍ਰਿਤ ਵੇਲਾ ਜਪਜੀ ਸਾਹਿਬ ਨਾਲ ਸ਼ੁਰੂ ਹੋਵੇ। ਜੇ ਤੂੰ ਖੇਤਾਂ ਨੂੰ ਪਾਣੀ ਲਾਉਂਦਾ ਪਿਆ ਤੇ ਉੱਥੇ ਵੀ ਤੇਰਾ ਅੰਮ੍ਰਿਤ ਵੇਲਾ ਜਪਜੀ ਸਾਹਿਬ ਨਾਲ ਸ਼ੁਰੂ ਹੋਵੇ। ਇਹ ਹੈ ਜੋ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇਹ ਨਹੀਂ ਹੈ ਵੀ ਰਾਤ ਨੂੰ ਨੀਂਦ ਨਹੀਂ ਆਈ, ਸਵੇਰੇ ਨੀਂਦ ਨਹੀਂ ਆਉਂਦੀ ਵੀ ਚਲੋ ਉੱਠੀਏ ਤੇ ਇਸ਼ਨਾਨ ਕਰ ਲਈਏ ਤੇ ਪਾਠ ਕਰ ਲਈਏ। ਜਿੱਦਣ ਨੀਂਦ ਨਾ ਆਵੇ ਉਦੋਂ ਪਾਠ ਕਰ ਲਿਆ ਤੇ ਮੁੜ ਕੇ ਆ ਗਈ ਤੇ ਫਿਰ ਆਖਣਾ ਵੀ ਚਲੋ ਰਹਿਣ ਦਈਏ। ਇਸ ਤਰ੍ਹਾਂ ਨਹੀਂ ਹੈ। ਤੇਰੇ ਸਰੀਰ ਤੇ ਤੇਰੇ ਪਰਿਵਾਰ ਤੇ ਕਿਸ ਤਰ੍ਹਾਂ ਦਾ ਵੀ ਸਮਾਂ ਆ ਜਾਵੇ, ਪਰ ਤੇਰਾ ਅੰਮ੍ਰਿਤ ਵੇਲਾ ਉਹਦੀ ਯਾਦ ਤੋਂ ਬਿਨਾਂ ਨਾ ਲੰਘੇ। ਇਹ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇਸ ਤਰ੍ਹਾਂ ਦਾ ਜੀਵਨ ਮਹਾਰਾਜ ਨੇ ਉਹ ਜੀਵਨ ਆਪਣੇ ਖਾਲਸੇ ਨੂੰ ਦ੍ਰਿੜ ਕਰਵਾਇਆ। ਜੰਗ ਸਾਰੀ ਰਾਤ ਸਾਰਾ ਦਿਨ ਚੱਲਿਆ, ਰਾਤ ਵੀ ਕਿਤੇ ਕਿਤੇ ਜੰਗ ਹੁੰਦਾ ਰਿਹਾ, ਪਰ ਅੰਮ੍ਰਿਤ ਵੇਲਾ ਹੋਇਆ ਨਾ ਤਾਂ ਉਹ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ, ਤੁਸੀਂ ਥੱਕ ਗਏ ਹੋ ਸੌਂ ਜਾਓ, ਤੁਸੀਂ ਥੱਕ ਗਏ ਹੋ ਚਾਹ ਪਾਣੀ ਛਕ ਲਓ, ਹੋਰ ਕੰਮ ਕਰ ਲਓ। ਨਹੀਂ, ਅੰਮ੍ਰਿਤ ਵੇਲਾ ਜ਼ਰੂਰੀ ਹੈ, ਨਿਤਨੇਮ ਵੀ ਜ਼ਰੂਰੀ ਹੈ।
ਗੁਰੂ ਦੇ ਸਿੰਘ ਉਠੇ, ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋਏ ਹਨ। ਚੌਪਈ ਜਪਜੀ ਆਦ ਪਠੈ ਗੁਰਬਾਣੀ। ਜਪਜੀ ਸਾਹਿਬ ਦਾ ਪਾਠ ਗੁਰੂ ਕਿਆਂ ਸਿੱਖਾਂ ਨੂੰ ਜ਼ੁਬਾਨੀ ਯਾਦ ਹੈ। ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਮਹਾਰਾਜ ਦੇ ਸਿੰਘਾਂ ਨੂੰ। ਤੇ ਗੁਰਮੁਖੋ ਅਸਲ ਵਿੱਚ ਸਿੰਘ ਵੀ ਉਹੀ ਜੇ ਜਿਹਨੂੰ ਜ਼ੁਬਾਨੀ ਨਿਤਨੇਮ ਯਾਦ ਹੈ, ਕਿਉਂਕਿ ਨਿਤਨੇਮ ਹੋਣਾ ਵੀ ਉਹਦੇ ਕੋਲੋਂ ਹੀ ਹੈ। ਜਿਹਨੂੰ ਜ਼ੁਬਾਨੀ ਯਾਦ ਨਹੀਂ ਨਾ, ਕੱਲ ਨੂੰ ਤੁਹਾਨੂੰ ਕਿਤੇ ਸਫ਼ਰ ਤੇ ਜਾਣਾ ਪਵੇ ਤੜਕੇ ਉੱਠ ਕੇ, ਤੇ ਫਿਰ ਤੇ ਨਿਤਨੇਮ ਰਹਿ ਜਾਏਗਾ। ਨਿਤਨੇਮ ਉਹ ਹੈ ਜਿਹੜਾ ਜ਼ੁਬਾਨੀ ਯਾਦ ਹੈ। ਪੈਸਾ ਗੰਠ ਤੇ ਬਾਣੀ ਕੰਠ। ਤੁਹਾਡੀ ਬੈਂਕ ਦੇ ਵਿੱਚ ਕਰੋੜਾਂ ਰੁਪਈਏ ਪਏ ਨੇ, ਪਰ ਜਿਹੜੇ ਤੁਸੀਂ ਅਭੀ ਕਢਾ ਨਹੀਂ ਸਕਦੇ, ਉਹ ਤੁਹਾਡੇ ਕਾਹਦੇ ਨੇ? ਉਹ ਤੇ ਬਗਾਨੇ ਹੀ ਹੋਏ ਨਾ। ਪਰ ਜਿਹੜੇ ਤੁਹਾਡੇ ਬਟੂਏ 'ਚ ਪਏ ਨੇ, ਭਾਵੇਂ ਉਹ 500 ਹੀ ਹੋਵੇ, ਹੈ ਤੇ ਤੁਹਾਡਾ ਨਾ, ਤੁਸੀਂ ਵਰਤ ਸਕਦੇ। ਪਿੱਛੇ ਜੇ ਸਰਕਾਰ ਨੇ ਨੋਟਬੰਦੀ ਲਾਈ ਨਾ, ਭਾਵੇਂ ਕਿੰਨੇ ਵੀ ਪੈਸੇ ਬੈਂਕ 'ਚ ਪਏ ਸਨ, ਲੋਕਾਂ ਨੂੰ ਲੈਣਾ ਵਿੱਚ ਲੱਗਣਾ ਪਿਆ। ਰੋਂਦੇ ਰੋਗ ਵੇਖੇ ਗਏ, ਕਿਉਂਕਿ ਉਹ ਕੋਲ ਨਹੀਂ, ਉਹ ਕਿਤੇ ਪਾਸੇ ਪਏ ਹੋਏ। ਪੈਸਾ ਉਹ ਕੰਮ ਆਉਣਾ ਜਿਹੜਾ ਤੇਰੀ ਜੇਬ 'ਚ ਪਿਆ ਹੋਇਆ ਮੌਕੇ 'ਤੇ। ਦੂਜਾ ਤੇ ਜੇ ਸਮਾਂ ਆਵੇਗਾ ਤੇ ਤਾਂ ਕਢਾਵੇਂਗਾ, ਜੇ ਸਮਾਂ ਹੀ ਨਾ ਆਇਆ ਤੇ ਕਢਾਉਣ ਦਾ ਹੋ ਸਕਦਾ ਮੌਕਾ ਨਾ ਮਿਲੇ। ਪੈਸਾ ਉਹ ਹੈ ਜਿਹੜਾ ਤੇਰੀ ਜੇਬ ਦੇ ਵਿੱਚ ਹੈ, ਤੇ ਬਾਣੀ ਉਹ ਹੈ ਜਿਹੜੀ ਤੈਨੂੰ ਜ਼ੁਬਾਨੀ ਯਾਦ ਹੈ। ਤੂੰ ਕਿਤੇ ਵੀ ਬੈਠਾ ਹੋਵੇ, ਸਫ਼ਰ ਕਰਦਾ ਪਿਆ, ਕੰਮ ਕਰਦਾ ਪਿਆ, ਉੱਥੇ ਜ਼ੁਬਾਨੀ ਪੜ੍ਹ ਸਕਦਾ। ਪਰ ਜੇ ਤੂੰ ਆਖੇ ਵੀ ਪਹਿਲਾਂ ਪੋਥੀ ਲੈ ਕੇ ਆਵਾਂ, ਪਹਿਲਾਂ ਗੁੜਕਾ ਸਾਹਿਬ ਲੱਭੇ, ਫਿਰ ਮੈਂ ਨਿਤਨੇਮ ਕਰਾਂ, ਨਾ ਲੱਭੇ ਤੇ ਨਾ ਹੋਵੇ। ਇਸ ਕਰਕੇ ਅਸੀਂ ਕਹਿ ਦਿੰਦੇ ਹਾਂ ਕਿ ਮੈਂ ਸਿੰਘ ਹਾਂ। ਸਿੰਘ ਅਸਲ ਵਿੱਚ ਉਹ ਹੈ ਜਿਹਨੂੰ ਨਿਤਨੇਮ ਜ਼ੁਬਾਨੀ ਯਾਦ ਹੈ, ਕਿਉਂਕਿ ਉਹ ਫਿਰ ਜ਼ੁਬਾਨੀ ਯਾਦ ਤੇ ਕਰੇਗਾ ਨਾ। ਉਹ ਮਹਾਰਾਜ ਦੇ ਸਿੰਘਾਂ ਨੇ ਨਿਤਨੇਮ ਦਾ ਪਾਠ ਜੋ ਵੀ ਮਹਾਰਾਜ ਨੇ ਦ੍ਰਿੜ ਕਰਵਾਇਆ, ਅੰਮ੍ਰਿਤ ਵੇਲੇ ਉੱਠ ਕੇ ਸਾਰਿਆਂ ਨੇ ਗੁਰਬਾਣੀ ਪੜ੍ਹੀ ਹੈ। ਬੀਨ ਬੀਨ ਦਸਤਾਰ ਮਹਾਨੀ। ਦੂਜਾ ਮਹਾਰਾਜ ਨੇ ਬਚਨ ਇਹ ਸਿਖਾਇਆ ਵੀ ਜਿਹੜੀ ਅਸੀਂ ਦਸਤਾਰ ਬੰਨ੍ਹਦੇ ਆ ਨਾ, ਪੱਗ ਬੰਨ੍ਹਦੇ ਆ, ਪੱਗ ਦੇ ਕਈ ਨਾਮ ਨੇ। ਕੋਈ ਦਮਾਲਾ ਕਹਿ ਦਿੰਦਾ, ਕੋਈ ਦਸਤਾਰ ਕਹਿ ਦਿੰਦਾ, ਕੋਈ ਪੱਗ ਕਹਿ ਦਿੰਦਾ। ਉਹਨੂੰ ਬੰਨ੍ਹਣ ਦਾ ਤਰੀਕਾ ਵੱਖੋ ਵੱਖਰਾ ਹੈ। ਭਾਵੇਂ ਤੁਸੀਂ ਦਮਾਲਾ ਬੰਨ੍ਹਦੇ ਹੋ, ਪੱਗ ਬੰਨ੍ਹਦੇ ਹੋ, ਦਸਤਾਰ ਬੰਨ੍ਹਦੇ ਹੋ, ਦਸਤਾਰ ਪੱਗ ਦੀ ਮਰਿਆਦਾ ਇਹ ਹੈ, ਇੱਕ ਇੱਕ ਲੜ ਕਰਕੇ ਪੱਗ ਨੂੰ ਬੰਨ੍ਹਣਾ ਤੇ ਇੱਕ ਇੱਕ ਲੜ ਕਰਕੇ ਪੱਗ ਨੂੰ ਉਤਾਰਨਾ। ਇਹ ਹੈ ਪੱਗ ਦੀ ਮਰਿਆਦਾ। ਕਿਉਂਕਿ ਇਹ ਪੱਗ ਸਾਨੂੰ ਐਵੇਂ ਨਹੀਂ ਮਿਲੀ ਹੈ, ਬੜੀਆਂ ਕੁਰਬਾਨੀਆਂ ਕਰਕੇ, ਬੜੀਆਂ ਸ਼ਹੀਦੀਆਂ ਦੇ ਕੇ। ਗੁਰਮੁਖੋ ਅਸੀਂ ਤੇ ਦਲਿੱਦਰੀ ਇੰਨੇ ਹੋ ਗਏ ਵੀ ਸਾਡੇ ਕੋਲ ਪੱਗ ਬੰਨ੍ਹਣ ਦਾ ਵੀ ਟਾਈਮ ਨਹੀਂ। ਲਾ ਕੇ ਰੱਖ ਲਈ ਸਵੇਰੇ, ਉੱਦਾਂ ਹੀ ਫਿਰ ਰੱਖ ਲਈ। ਨਹੀਂ, ਇਹ ਬੰਨੀ ਬਣਾਈ ਰੱਖੇਗਾ ਜਾਂ ਉਤਾਰੇਗਾ, ਇਹ ਟੋਪੀ ਬਣ ਜਾਏਗੀ। ਕਿਸੇ ਰਾਜੇ ਨੇ ਸਿੱਖ ਸਰਦਾਰਾਂ ਨੂੰ ਬੁਲਾਇਆ ਨਾ, ਕਹਿਣ ਲੱਗਾ ਆਪੋ ਆਪਣੀ ਪੱਗ ਬੰਨ੍ਹ ਕੇ ਵਿਖਾਓ, ਜਿਹੜਾ ਵਧੀਆ ਬੰਨੇਗਾ ਮੈਂ ਇਨਾਮ ਦੇਵਾਂਗਾ। ਨੌਜਵਾਨ ਲੜਕੇ ਆ ਗਏ, ਸੋਹਣੀਆਂ ਸੋਹਣੀਆਂ ਪੱਗਾਂ ਬੰਨੀਆਂ। ਰਾਜੇ ਨੇ ਸਾਰਿਆਂ ਦੀਆਂ ਵੇਖੀਆਂ, ਇੱਕ ਨੌਜਵਾਨ ਲੜਕੇ ਨੇ ਬੜੀ ਸੋਹਣੀ ਪੱਗ ਬੰਨੀ ਹੈ, ਤੇ ਰਾਜੇ ਨੇ ਆਖਿਆ ਸ਼ਾਬਾਸ਼, ਬੜੀ ਸੋਹਣੀ ਪੱਗ ਬੱਧੀ ਹੈ, ਮੈਂ ਤੈਨੂੰ ਇਨਾਮ ਦਿੰਦਾ ਹਾਂ। ਜਦੋਂ ਰਾਜੇ ਨੇ ਇਨਾਮ ਦੇਣ ਦੀ ਗੱਲ ਕੀਤੀ ਨਾ, ਤੇ ਸਾਡੇ ਮਨ ਵਿੱਚ ਹਉਮੈ ਦੀ ਹੁੰਦੀ ਹੈ ਨਾ ਵੀ ਮੈਂ ਸਭ ਤੋਂ ਪਰੇ ਹਾਂ। ਉਹ ਲੜਕਾ ਬੋਲ ਪਿਆ, ਕਹਿਣ ਲੱਗਾ ਜੀ ਅਜੇ ਇਹ ਤੇ ਮੈਂ ਕੱਲ੍ਹ ਵਾਲੀ ਰੱਖੀ ਹੈ, ਜੇ ਮੈਂ ਅੱਜ ਬਣਦਾ ਨਾ ਤੇ ਮੈਂ ਇਹਦੇ ਤੋਂ ਵੀ ਗਾਂਹ ਆਤੀ ਕਰਾ ਦੇਣੀ ਸੀ। ਉਹ ਰਾਜੇ ਨੇ ਉਹ ਇਨਾਮ ਵਾਲਾ ਹੱਥ ਨਾ ਜੇਬ 'ਚ ਹੀ ਪਾ ਲਿਆ, ਕਹਿਣ ਲੱਗਾ ਤੇਰੇ ਵਰਗਾ ਤੇ ਦਲਿੱਦਰੀ ਕੋਈ ਨਹੀਂ ਹੈ, ਜਿਹੜਾ ਪੱਗ ਹੀ ਨਹੀਂ ਬੰਨ੍ਹ ਸਕਦਾ, ਇਹਨੂੰ ਇਨਾਮ ਕਾਹਦਾ ਦੇਣਾ ਹੈ, ਤੂੰ ਤੇ ਦਲਿੱਦਰੀ ਹੈ। ਗੁਰਮੁਖੋ ਇਹ ਬਚਨ ਮਹਾਰਾਜ ਜੀਆਂ ਦਾ, ਪੱਗ ਬੰਨ੍ਹਦੇ ਹੋ, ਦਸਤਾਰ ਬੰਨ੍ਹਦੇ ਹੋ, ਦਮਾਲਾ ਬੰਨ੍ਹਦੇ ਹੋ, ਲੜ ਲੜ ਕਰਕੇ ਬੱਧਾ, ਲੜ ਲੜ ਕਰਕੇ ਖੋਲ੍ਹਿਆ, ਪੇਜ ਪੇਜ ਕਰਕੇ। ਨਾ ਟੋਪੀ ਦੇ ਵਾਂਗ ਰੱਖਣੀ, ਨਾ ਉਤਾਰਨੀ ਹੈ। ਜਿਹੜਾ ਰੱਖੇਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣਦਾਰ ਹੋਵੇਗਾ, ਉਹਦਾ ਹਿਸਾਬ ਕਿਤਾਬ ਹੋਵੇਗਾ। ਇਸ ਕਰਕੇ ਇਹ ਬਚਨ ਨੂੰ ਹਮੇਸ਼ਾ, ਕੋਈ ਟਾਈਮ ਨਹੀਂ, ਜਿਹੜਾ ਬੰਦਾ ਰੋਜ਼ ਬਣਦਾ ਨਾ ਉਹਦਾ ਹੱਥ ਟਿਕਿਆ 5 ਮਿੰਟ ਵੀ ਨਹੀਂ ਲੱਗਦੇ। ਵੈਸੇ ਵੀ ਤਾਂ ਅਸੀਂ ਗਲੀ 'ਚ ਖੜ੍ਹ ਕੇ ਗੱਲਾਂ ਹੀ ਕਰਨੀਆਂ ਕਿਸੇ ਨਾ ਕਿਸੇ ਨਾਲ, ਤੁਰਦਿਆਂ ਫਿਰਦਿਆਂ 5-7 ਮਿੰਟ ਤੇ ਐਵੇਂ ਹੀ ਅਸੀਂ ਖਰਾਬ ਕਰ ਦੇਣੇ। ਫਿਰ ਪੱਗ ਬੰਨ੍ਹਣ ਲੱਗਿਆ ਕਿੰਨਾ ਕੁ ਟਾਈਮ ਲੱਗਦਾ। ਜਿਹੜਾ ਰੋਜ਼ ਬਣਦਾ ਉਹਦਾ ਤੇ ਹੱਥ ਟਿਕਿਆ। ਇੱਕ ਦਲਿੱਦਰ ਹੈ, ਦਲਿੱਦਰ ਜਿੰਨਾ ਮਰਜ਼ੀ ਵਧਾ ਲਓ। ਕਹਿਣ ਲੱਗੇ ਦਲਿੱਦਰੀਆਂ ਦਾ ਆਪਸ ਵਿੱਚ ਮੁਕਾਬਲਾ ਹੋਇਆ। ਕਿਸੇ ਨੇ ਆਖਿਆ ਵੀ ਜਿਹੜਾ ਵੱਧ ਦਲਿੱਦਰੀ ਹੋਵੇਗਾ ਨਾ ਉਹਨੂੰ ਇਨਾਮ ਮਿਲੇਗਾ।
ਸਾਰੇ ਦਲਿਦਰੀਆਂ ਨੇ ਜਾ ਕੇ ਆਪੋ ਆਪਣਾ ਦਲਿਦਰ ਦੱਸਿਆ, ਮੈਂ ਐਡਾ ਵੱਡਾ ਦਲਿਦਰੀ ਹਾਂ, ਮੈਂ ਐਡਾ ਵੱਡਾ ਦਲਿਦਰੀ ਹਾਂ। ਉਹਨਾਂ ਵਿੱਚੋਂ ਇੱਕ ਦਲਿਦਰੀ ਉਹ ਨਿਕਲਿਆ ਜਿਹੜਾ ਦਲਿਦਰੀਆਂ ਦੇ ਕੰਪੀਟੀਸ਼ਨ 'ਚ ਹੀ ਨਹੀਂ ਗਿਆ, ਉਹ ਮੰਜੇ 'ਤੇ ਬੈਠਾ ਰਿਹਾ। ਕਹਿਣ ਲੱਗੇ ਆਹ ਹੈ ਸਭ ਤੋਂ ਵੱਡਾ, ਜਿਹੜਾ ਗਿਆ ਹੀ ਨਹੀਂ। ਐਸੇ ਦਲਿਦਰੀ ਨਹੀਂ ਬਣਨਾ ਹੈ ਵੀ ਸਾਨੂੰ ਪੱਗ ਬੰਨ੍ਹਣੀ ਖੁੱਲ੍ਹਣੀ ਉਹ ਟਾਈਮ ਲੱਗਦਾ ਸਾਨੂੰ ਬੋਝ ਲੱਗੇ। ਨਹੀਂ, ਮਹਾਰਾਜ ਦਾ ਬਚਨ ਇਹ ਹੈ, ਬੀਨ ਬੀਨ ਦਸਤਾਰ ਮਹਾਨੀ। ਸੋਹਣੀਆਂ ਦਸਤਾਰਾਂ ਜਿਹੜੀਆਂ ਮਹਾਰਾਜ ਨੇ ਬਖਸ਼ੀਆਂ ਨੇ, 4 ਸਾਹਿਬਜ਼ਾਦਿਆਂ ਦੀ ਕੁਰਬਾਨੀ ਹੋਈ ਇਹਨਾਂ ਦੇ ਪਿੱਛੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਰੇ ਪਰਿਵਾਰ ਨੇ ਸ਼ਹੀਦੀ ਦਿੱਤੀ ਹੈ। ਪਤਾ ਨਹੀਂ ਕਿੰਨੇ ਕੁ ਗੁਰਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ ਗੁਰੂ ਕਿਆ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ, ਕਿੰਨਾ ਕੁ ਖੂਨ ਡੁੱਲਿਆ। ਤੇ ਗੁਰੂ ਕਿਆ ਸਿੱਖਾ ਤੂੰ ਇਹ ਦਸਤਾਰ ਬੰਨ੍ਹਣ ਵਾਸਤੇ ਔਰ ਉਤਾਰਨ ਵਾਸਤੇ ਤੈਨੂੰ ਬੋਝਾ ਲੱਗਦਾ ਹੈ। ਮਹਾਰਾਜ ਕਹਿਣ ਲੱਗੇ ਦਸਤਾਰ ਨੂੰ ਗੁਰੂ ਕਿਆ ਸਿੱਖਾ ਜਦੋਂ ਵੀ ਆਪਾਂ ਬੰਨ੍ਹਣਾ ਹੈ, ਲੜ ਕਰਕੇ ਲਾਇਆ ਕਰ, ਲੜ ਕਰਕੇ ਪੇਜ ਪੇਜ ਕਰਕੇ ਉਤਾਰਿਆ ਕਰ। ਇਹ ਮਰਿਆਦਾ ਹੈ। ਜਿੰਨੇ ਆਪਾਂ ਬਚਨ ਸੁਣਦੇ ਪਏ ਨਾ, ਇਹ ਬਚਨ ਆਪਾਂ ਕਮਾਉਣਾ ਹੈ ਜ਼ਿੰਦਗੀ ਦੇ ਵਿੱਚ। ਬਚਨ ਮੰਨਾਂਗੇ ਪ੍ਰਵਾਨ ਤਾਂ ਹੋਣਾ ਹੈ। ਜੇ ਐਵੇਂ ਇੱਕ ਕੰਨੋਂ ਸੁਣਿਆ ਤੇ ਦੂਜੇ ਕੰਨੋਂ ਕੱਢ ਦਿੱਤਾ, ਫਿਰ ਤੇ ਆਪਾਂ ਕੋਈ ਕਮਾਇਆ ਹੀ ਨਹੀਂ, ਫਿਰ ਆਪਾਂ ਲੈਣ ਕੀ ਆਏ, ਫਿਰ ਤੇ ਸੁਣਨ ਦਾ ਹੀ ਫਾਇਦਾ ਨਹੀਂ। ਸੁਣਨ ਦਾ ਫਾਇਦਾ ਤਾਂ ਹੈ ਜੇ ਆਪਾਂ ਕਮਾਈ ਕਰਾਂਗੇ। ਇਸ ਤਰ੍ਹਾਂ ਮਹਾਰਾਜ ਦਾ ਖਾਲਸਾ ਤਿਆਰ ਹੋਇਆ ਹੈ। ਕੰਗਾ ਕਰ ਕਰ ਜੂੜ ਬਣਾਏ। ਅਤੇ ਉਸ ਤੋਂ ਉਪਰੰਤ ਸਿਰ ਵਿੱਚ ਕੰਘਾ ਕਰਨਾ ਹੈ, ਕੇਸਾਂ ਦੇ ਵਿੱਚ ਕੰਘਾ ਕਰਨਾ। ਕੰਘੇ ਦੇ ਨਾਲ ਜਿਹੜੇ ਮੁਰਦਾ ਕੇਸ ਨੇ ਨਾ, ਟੁੱਟੇ ਹੋਏ ਕੇਸ ਆਪਣੇ ਆਪ ਬਾਹਰ ਆ ਜਾਂਦੇ, ਉਹਦੀ ਥਾਂ ਤੇ ਨਵੇਂ ਕੇਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਮੁਰਦਾ ਕੇਸਾਂ ਨੂੰ ਕੰਘੇ ਨਾਲ ਬਾਹਰ ਕੱਢਣਾ ਤੇ ਜਿਹੜੇ ਕੇਸ ਸੁਰਜੀਤ ਨੇ ਉਹਨਾਂ ਦਾ ਜੂੜਾ ਕਰਨਾ। ਜਿਹੜੇ ਮੁਰਦਾ ਕੇਸ ਟੁੱਟੇ ਸਿਰ ਦੇ ਕੇਸਾਂ ਵਿੱਚੋਂ, ਉਹਨਾਂ ਨੂੰ ਪੈਰਾਂ ਵਿੱਚ ਨਹੀਂ ਸੁੱਟਣਾ ਹੈ, ਜਾਂ ਗਲੀ ਦੇ ਵਿੱਚ, ਨਾਲੀ ਵਿੱਚ। ਕੇਸਾਂ ਪਾਣੀ ਵਿੱਚ ਨਾ ਰੁੜਦੇ ਜਾਣ ਤੇਰੇ ਕੇਸ। ਗੁਥਲੀ ਬਣਾ ਕੇ ਇੱਕ ਡੱਬਾ ਲੈ ਕੇ ਉਹਦੇ ਵਿੱਚ ਉਸ ਨੂੰ ਪਾ ਕੇ ਉਹਨਾਂ ਕੇਸਾਂ ਦਾ ਸੰਸਕਾਰ ਕਰਿਆ ਕਰ। ਇਹ ਗੁਰੂ ਦੀ ਮੋਹਰ ਹੈ, ਸਤਿਕਾਰਯੋਗ ਕੇਸ ਨੇ। ਪਰ ਗੁਰੂ ਕਿਆ ਸਿੱਖਾ ਤੇਰੇ ਕੇਸ ਜਿਹੜੇ ਨੇ ਰੁਲਦੇ ਫਿਰਨ ਜਾ ਕੇ ਦੁਕਾਨਾਂ 'ਤੇ ਜਾਂ ਘਰ ਦੇ ਵਿਹੜੇ ਵਿੱਚ, ਇਹ ਗੱਲ ਸ਼ੋਭਦੀ ਨਹੀਂ ਹੈ। ਇਸ ਕਰਕੇ ਕੇਸਾਂ ਵਿੱਚ ਕੰਘਾ ਕਰਨਾ ਔਰ ਉਹਨਾਂ ਟੁੱਟੇ ਹੋਏ ਕੇਸਾਂ ਦੀ ਵੀ ਸੰਭਾਲ ਕਰਨੀ ਹੈ। ਜਿਹੜੇ ਕੇਸ ਸੁਰਜੀਤ ਨੇ ਉਹਨਾਂ ਦਾ ਜੂੜਾ ਕਰਕੇ ਉਹਨਾਂ ਦੀ ਸੰਭਾਲ ਕਰਨੀ ਹੈ। ਉੱਪਰ ਬਾਂਧਤ ਪਾਗ ਸੁਹਾਏ। ਤੇ ਗੁਰੂ ਕੇ ਸਿੱਖਾਂ ਨੇ ਜੂੜੇ ਕਰਕੇ ਸੋਹਣੀਆਂ ਦਸਤਾਰਾਂ, ਅੱਜ ਦੁਬਾਰਾ ਫਿਰ ਸਵੇਰ ਵੇਲੇ ਦਾ ਤਿਆਰੀ ਹੋ ਰਹੀ ਹੈ ਨਾ, ਫਿਰ ਸੋਹਣੀਆਂ ਪੱਗਾਂ ਸਿਰ ਤੇ ਸਜਾ ਲਈਆਂ ਹਨ। ਸ਼ਮਸ਼ ਸੁਧਾਰ ਕਰਤ ਮੁਛ ਬੰਕੀ। ਸ਼ਮਸ਼ ਨਾਮ ਗੁਰਮੁਖੋ ਦਾੜੇ, ਦਾੜੇ ਸੁਧਾਰੇ, ਦਾੜਿਆਂ ਨੂੰ ਸਾਫ਼ ਕੀਤਾ, ਧੋਤੇ, ਅਤੇ ਫਿਰ ਕੰਘੇ ਦੇ ਨਾਲ ਕੇਸਾਂ ਦੇ, ਦਾੜਿਆਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਵੀ ਸਿੱਧੇ ਕੀਤਾ, ਅਤੇ ਜਿਹੜੇ ਮੁਸ਼ਹਿਰੇ ਨੇ ਉਹਨਾਂ ਨੂੰ ਵੱਟ ਦੇ ਕੇ ਫਿਰ ਥੋੜ੍ਹਾ ਜਿਹਾ ਉੱਪਰ ਨੂੰ ਮੁੱਛਾਂ ਨੂੰ ਮਰੋੜ ਦਿੱਤਾ ਹੈ, ਚੜ੍ਹਦੀ ਕਲਾ ਵਿਖਾਉਣ ਵਾਸਤੇ। ਉਸ ਵੇਲੇ ਮੁੱਛਾਂ ਕੁੰਡੀਆਂ ਕੀਤੀਆਂ ਹਨ। ਗੁਰ ਕੀ ਰਹਿਤ ਸਹਿਤ ਅਕਲੰਕੀ। ਗੁਰੂ ਕਾ ਸਿੱਖ ਗੁਰੂ ਦੀ ਰਹਿਤ ਮਰਿਆਦਾ ਵਿੱਚ ਹੈ। ਅਕਲੰਕੀ ਤੋਂ ਭਾਵ ਨਾਸ ਤੋਂ ਰਹਿਤ। ਖਾਲਸਾ ਵੀ ਨਾਸ ਤੋਂ ਰਹਿਤ ਹੈ। ਗੁਰਮੁਖੋ ਜੇ ਸਾਡਾ ਗੁਰੂ ਨਾਸ ਤੋਂ ਰਹਿਤ ਹੈ ਨਾ, ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਆਖਦੇ ਆ, ਗੁਰੂ ਦਾ ਖਾਲਸਾ ਵੀ ਨਾਸ ਤੋਂ ਰਹਿਤ ਹੈ। ਖਾਲਸੇ ਦਾ ਵੀ ਅੰਤ ਨਹੀਂ ਹੋਵੇਗਾ। ਖਾਲਸੇ ਨੂੰ ਮਟਾਉਣ ਵਾਲਿਆਂ ਦਾ ਅੰਤ ਜ਼ਰੂਰ ਹੋ ਜਾਏਗਾ, ਪਰ ਖਾਲਸੇ ਦਾ ਅੰਤ ਨਹੀਂ ਜੇ ਹੋਣਾ। ਇਹ ਜੁਗੋ ਜੁਗ ਅਟਲ ਹੀ ਰਹਿਣਾ ਹੈ, ਕਿਉਂਕਿ ਜਿਸ ਤਰ੍ਹਾਂ ਦਾ ਗੁਰੂ ਤੇ ਸਿੱਖ ਵੀ ਤੇ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ ਨਾ। ਸਾਡਾ ਗੁਰੂ ਸਦਾ ਵਾਸਤੇ ਰਹਿਣ ਵਾਲਾ ਹੈ, ਤੇ ਗੁਰੂ ਦਾ ਬਣਾਇਆ ਖਾਲਸਾ ਵੀ ਸਦਾ ਵਾਸਤੇ ਰਹਿਣ ਵਾਲਾ ਹੈ। ਐਸੀਆਂ ਬਖਸ਼ਿਸ਼ਾਂ ਮਹਾਰਾਜ ਕਰਦੇ ਹਨ। ਜ਼ੀਨ ਤੁਰੰਗਮ ਪਰ ਸਭ ਡਾਲੇ। ਸਾਰਿਆਂ ਨੇ ਆਪਣੇ ਘੋੜਿਆਂ ਦੇ ਉੱਪਰ ਕਾਠੀਆਂ, ਕਿਉਂਕਿ ਜਦੋਂ ਜੰਗ ਦੀ ਸਮਾਪਤੀ ਹੁੰਦੀ ਹੈ ਨਾ, ਕਾਠੀਆਂ ਘੋੜਿਆਂ ਤੋਂ ਖੋਲੀਆਂ ਜਾਂਦੀਆਂ, ਕਿਉਂਕਿ ਘੋੜਾ ਵੀ ਜਾਨਵਰ ਹੈ ਨਾ, ਉਹਨੇ ਵੀ ਆਰਾਮ ਕਰਨਾ ਨਾ, ਉਹਨੇ ਬੈਠਣਾ ਵੀ ਹੈ। ਉਸ ਵੇਲੇ ਘੋੜੇ ਨੂੰ ਖੁੱਲ੍ਹਾ ਛੱਡ ਦਿੰਦੇ, ਕਾਠੀਆਂ ਖੋਲ੍ਹ ਲੈਂਦੇ। ਹੁਣ ਅਗਲੇ ਦਿਨ ਜੰਗ ਸ਼ੁਰੂ ਹੋਣਾ, ਫਿਰ ਘੋੜਿਆਂ ਦੇ ਉੱਪਰ ਕਾਠੀਆਂ ਉਸੇ ਤਰ੍ਹਾਂ ਪਾਈਆਂ ਗਈਆਂ, ਉੱਤੇ ਘੋੜ ਸਵਾਰਾਂ ਨੇ ਸਵਾਰ ਹੋਣਾ, ਫਿਰ ਘੋੜੇ ਤਿਆਰ ਕੀਤੇ ਹਨ। ਕਰਾ ਚੌਲ ਗੁਰਤੁਖ ਸੰਭਾਲੇ। ਅਤੇ ਉਸ ਵੇਲੇ ਕਰਾ ਚੌਲ ਨਾਮ ਤਲਵਾਰ ਦਾ ਹੈ। ਕਹਿਣ ਲੱਗੇ ਭਾਰੀ ਤਲਵਾਰਾਂ ਤੇ ਬੰਦੂਕਾਂ ਜਿਹੜੀਆਂ ਨੇ ਨਾ,
ਜਿਵੇਂ ਦਾ ਕੋਈ ਹਥਿਆਰ ਚਲਾਉਣਾ ਜਾਣਦਾ ਹੈ, ਕੋਈ ਤਲਵਾਰ ਚਲਾਉਣੀ ਜਾਣਦਾ ਹੈ, ਕੋਈ ਤੀਰ ਚਲਾਉਣਾ ਜਾਣਦਾ ਹੈ, ਕੋਈ ਬੰਦੂਕ ਚਲਾਉਣੀ ਜਾਣਦਾ ਹੈ, ਜਿਵੇਂ ਜਿਵੇਂ ਦੇ ਸ਼ਸਤਰ ਚਲਾਉਣੇ ਆਉਂਦੇ ਮਹਾਰਾਜ ਦਿਆਂ ਸਿੱਖਾਂ ਨੂੰ, ਸਵੇਰ ਵੇਲੇ ਉਹਨਾਂ ਸ਼ਸਤਰਾਂ ਨੂੰ ਨਮਸਕਾਰ ਕਰਕੇ ਤੇ ਪਕੜ ਲੈ, ਫਿਰ ਫੜ ਲੈ ਹੱਥ ਵਿੱਚ, ਫੜ ਕੇ ਫਿਰ ਤਿਆਰ ਬਰ ਤਿਆਰ ਹੋਏ। ਐਸੀ ਦਾਤ ਮਿਲੀ ਹੈ। ਹੁਕਮ ਪਿਤਾ ਕੋਲੇ ਤਿਸ ਕਾਲੇ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿਦਾਰਾ ਕੀਤਾ, ਮੱਥਾ ਟੇਕਿਆ ਗੁਰੂ ਖਾਲਸੇ ਨੇ। ਮਹਾਰਾਜ ਸਾਹਿਬ ਜੀਆਂ ਨੂੰ ਆਖਿਆ, ਪਿਤਾ ਸਤਿਗੁਰੂ ਆਗਿਆ ਕਰੋ, ਹੁਣ ਕੀ ਹੁਕਮ ਹੈ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਸ ਵੇਲੇ ਹੁਕਮ ਲੈਣ ਵਾਸਤੇ ਤਿਆਰ ਹੋਏ ਹਨ। ਤਿਆਰ ਅਜੀਤ ਸਿੰਘ ਸਭ ਨਾਲੇ। ਸਤਿਗੁਰੂ ਨੇ ਆਖਿਆ, ਖਾਲਸਾ ਜੀ ਤਿਆਰ ਬਰ ਤਿਆਰ ਰਹਿਣਾ, ਚੜ੍ਹਦੀ ਕਲਾ ਵਿੱਚ ਰਹੋ। ਜਦੋਂ ਖਾਲਸਾ ਤਿਆਰ ਹੋ ਗਿਆ ਤੇ ਮਹਾਰਾਜ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਧੰਨ ਬਾਬਾ ਅਜੀਤ ਸਿੰਘ ਜੀ ਇਹ ਵੀ ਕਹਿਣ ਲੱਗੇ, ਤਿਆਰ ਹੋਏ, ਮਹਾਰਾਜ ਮੈਨੂੰ ਵੀ ਆਗਿਆ ਹੋਵੇ ਮੈਂ ਵੀ ਨਾਲ ਜਾਵਾਂ, ਮੇਰਾ ਵੀ ਜੰਗ ਯੁੱਧ ਕਰਨ ਦਾ ਬੜਾ ਚਾਅ ਹੈ। ਬਾਬਾ ਅਜੀਤ ਸਿੰਘ ਵੀ ਤਿਆਰ ਹੋਏ ਹਨ। ਪ੍ਰਭ ਜੀ ਬਲ ਪ੍ਰਤਾਪ ਤੁਮ ਪਾਉ। ਸਤਿਗੁਰੂ ਪਾਤਸ਼ਾਹ ਕਰੋ ਕਿਰਪਾ, ਮੈਨੂੰ ਵੀ ਬਲ ਬਖਸ਼ਿਸ਼ ਕਰੋ, ਮੈਨੂੰ ਵੀ ਆਪਣਾ ਪ੍ਰਤਾਪ ਬਖਸ਼ੋ ਮਹਾਰਾਜ, ਮੈਂ ਵੀ ਜੰਗ ਦੇ ਵਿੱਚ ਦੋ ਦੋ ਹੱਥ ਕਰਨੇ ਚਾਹੁੰਦਾ ਹਾਂ। ਇਸ ਪ੍ਰਕਾਰ ਸੰਗਰਾਮ ਮਚਾਉ। ਸਤਿਗੁਰੂ ਤੁਸੀਂ ਕਿਰਪਾ ਕਰੋ, ਮੈਂ ਇਹੋ ਜਿਹਾ ਜੰਗ ਕਰਨਾ ਚਾਹੁੰਦਾ ਵੀ ਦੁਨੀਆ ਦੇ ਲੋਕ ਆਖਣ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਫਰਜ਼ੰਦ ਨੇ ਉਹਨਾਂ ਵਰਗਾ ਵੀ ਸੂਰਮਾ ਕੋਈ ਨਹੀਂ ਹੈ ਦੁਨੀਆ ਦੇ ਵਿੱਚ। ਮਹਾਰਾਜ ਐਸਾ ਵੱਡਾ ਜੰਗ ਕਰਨਾ ਚਾਹੁੰਦਾ। ਗੁਰਮੁਖੋ ਸਾਡੇ ਸਰੀਰ ਦੀਆਂ 206 ਹੱਡੀਆਂ, ਕਹਿੰਦੇ ਵੀ 206 ਹੱਡੀਆਂ। ਬਾਬਾ ਅਜੀਤ ਸਿੰਘ ਨੇ ਜਦੋਂ ਚਮਕੌਰ ਦਾ ਜੰਗ ਕਰਿਆ ਨਾ, ਇਤਿਹਾਸਕਾਰ ਕਹਿੰਦੇ 393 ਫੱਟ 393 ਜ਼ਖਮ ਸਨ ਸਰੀਰ ਦੇ ਉੱਪਰ ਲੱਗੇ, ਫਿਰ ਜਾ ਕੇ ਸ਼ਹੀਦੀ ਨੂੰ ਪ੍ਰਾਪਤ ਹੋਏ। ਉਨੀਆਂ ਹੱਡੀਆਂ ਨਹੀਂ ਜਿੰਨੇ ਜ਼ਖਮ ਸਰੀਰ ਤੇ ਖਾਧੇ, ਫਿਰ ਸੱਚਖੰਡ ਦੇ ਵਾਸੀ ਬਣੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪੁੱਤਰ ਦੀ ਐਸੀ ਕੁਰਬਾਨੀ ਵੇਖ ਕੇ, ਐਸੀ ਦਲੇਰੀ ਵੇਖ ਕੇ, ਐਸੀ ਹਿੰਮਤ ਵੇਖ ਕੇ ਚਮਕੌਰ ਦੀ ਗੜੀ ਦੇ ਉੱਪਰ ਖੜੇ ਹੋਏ ਮਹਾਰਾਜ ਜਕਾਰਾ ਛੱਡਦੇ ਪਏ। ਸਤਿ ਸ੍ਰੀ ਅਕਾਲ। ਇਸ ਤਰੀਕੇ ਦੇ ਨਾਲ ਬਾਬਾ ਅਜੀਤ ਸਿੰਘ ਦੀ ਬਹਾਦਰੀ ਹੈ। ਆਪਣੇ ਪਿਤਾ ਦੀ ਆਗਿਆ ਲੈ ਕੇ ਤਿਆਰ ਹੋਣ ਲੱਗੇ ਹਨ। ਭੀਮ ਚੰਦ ਤੇ ਆਦ ਪਹਾੜੀ। ਇਧਰੋਂ ਭੀਮ ਚੰਦ ਰਾਜਾ ਪਹਾੜੀਆਂ ਦਾ ਸਰਦਾਰ ਹੈ। ਪਹਾੜੀਆਂ ਦੇ 22 ਰਾਜੇ ਨੇ ਪਹਾੜਾਂ ਦੇ, ਇੱਕ ਰਾਜਾ ਨਹੀਂ ਹੈ ਮਹਾਰਾਜ ਦਾ ਵੈਰੀ ਬਣਿਆ। 22 ਦੇ 22 ਮਹਾਰਾਜ ਦੇ ਵੈਰੀ ਬਣੇ। ਕਹਿਣ ਲੱਗੇ ਉਹਨਾਂ ਰਾਜਿਆਂ ਦਾ ਸਰਦਾਰ ਭੀਮ ਚੰਦ ਹੈ। ਤਿੰਨ ਤੇ ਨਹਿ ਸੁਧ ਜਾਏ ਸੰਭਾਰੀ। ਇਧਰੋਂ ਗੁਰੂ ਕਾ ਖਾਲਸਾ ਸ਼ਹੀਦ ਹੋਣ ਤੋਂ ਮਗਰੋਂ, ਫਟੜ ਹੋਣ ਤੋਂ ਮਗਰੋਂ ਫਿਰ ਚੜ੍ਹਦੀ ਕਲਾ ਦੇ ਵਿੱਚ ਹੈ। ਉਧਰ ਰਾਜੇ ਨੇ ਇੱਕ ਨਹੀਂ, ਉਹ ਵੀ 22 ਨੇ। ਇਹੀ ਮਾਰ ਮਾਰੀ ਖਾਲਸੇ ਨੇ। ਅਗਲਾ ਦਿਨ ਚੜ੍ਹਿਆ ਉੱਠਿਆ ਨਹੀਂ ਜਾ ਰਿਹਾ। ਕੋਈ ਆਖਦਾ ਲੱਕ ਪੀੜ ਕਰਦਾ ਤੇ ਕੋਈ ਆਖਦਾ ਲੱਤ ਪੀੜ ਕਰਦੀ ਹੈ। ਹਾਏ ਹਾਏ ਕਰਕੇ ਰਾਜੇ ਦੇ ਸਿਪਾਹੀ ਜਿਹੜੇ ਅਗਲੇ ਦਿਨ ਉੱਠੇ ਹਨ। ਲੜਵੇ ਸਵਾਦ ਆਜ ਸੋ ਪਾਵੇ। ਕਹਿਣ ਲੱਗੇ ਲੜਨ ਦਾ ਸਵਾਦ ਤੇ ਵਾਕਿਆ ਹੀ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ। ਚੜ ਆਵਨ ਕੋ ਮਨ ਪਛਤਾਵੇ। ਜਿਹੜਾ ਚੜ ਕੇ ਆਉਂਦਾ ਹੈ ਨਾ ਉਹ ਪਛਤਾਉਂਦਾ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਗੁਰਮੁਖੋ ਜੰਗ ਜਿਹੜੇ ਨੇ ਨਾ ਉਹ ਜਰ ਜੋਰੂ ਜਾਂ ਜ਼ਮੀਨ ਪਿੱਛੇ ਨਹੀਂ ਕੀਤੇ ਹਨ। ਮਹਾਰਾਜ ਨੇ ਸਾਨੂੰ ਹੱਕ ਦਿਵਾਉਣ ਵਾਸਤੇ, ਸਾਨੂੰ ਸ਼ੇਰ ਬਣਾਉਣ ਵਾਸਤੇ, ਸਾਡੇ ਕੋਲੋਂ ਗੁਲਾਮੀ ਦੀਆਂ ਜੰਜੀਰਾਂ ਲਾਉਣ ਵਾਸਤੇ ਜੰਗ ਲੜੇ ਮਹਾਰਾਜ ਨੇ। ਕਿਸੇ ਦੇ ਕਿਲੇ ਤੇ, ਕਿਸੇ ਦੀ ਜ਼ਮੀਨ ਤੇ, ਕਿਸੇ ਦੇ ਪਰਿਵਾਰ ਤੇ ਕੋਈ ਕਬਜ਼ਾ ਨਹੀਂ ਕੀਤਾ, ਨਾ ਹੀ ਕਿਸੇ ਨੂੰ ਜ਼ੋਰ ਵਿਖਾਇਆ ਬਿਨਾਂ ਗੱਲ ਤੋਂ। 10ਵੇਂ ਪਾਤਸ਼ਾਹ ਦਾ ਜੰਗ ਧਰਮ ਦਾ ਜੰਗ ਹੈ। ਸਾਨੂੰ ਹੱਕ ਦਿਵਾਏ ਮਹਾਰਾਜ ਨੇ ਔਰ ਹੱਕ ਲੈਣ ਦੀ ਮਹਾਰਾਜ ਜੀਆਂ ਨੇ ਇਹ ਬਖਸ਼ਿਸ਼ ਕੀਤੀ ਸਾਡੇ ਉੱਪਰ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਵਿੱਚ ਪੰਡਤ ਆਏ ਸਨ ਨਾ ਚੱਲ ਕੇ ਕਸ਼ਮੀਰ ਦੇ, ਉਹਨਾਂ ਨੇ ਮੂੰਹ ਦੇ ਵਿੱਚ ਘਾਹ ਦੇ ਤੀਲੇ ਲਾਏ ਹੋਏ ਸਨ ਵੀ ਅਸੀਂ ਗੁਲਾਮ ਆ, ਬੋਲ ਵੀ ਨਹੀਂ ਸਕਦੇ। ਇਹ ਨਿਸ਼ਾਨੀ ਸੀ, ਤੀਲੇ ਪਾਏ ਮੂੰਹ ਦੇ ਵਿੱਚ। ਜਦੋਂ ਬ੍ਰਾਹਮਣਾਂ ਦੇ ਵਕਤ ਪਿਆ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਮਹਾਰਾਜ ਜੀ ਰੱਖਿਆ ਕਰੋ, ਤੁਹਾਡੇ ਬਿਨਾਂ ਧਰਮ ਨਹੀਂ ਰਹਿ ਸਕਦਾ। ਕਿ ਉਹਨਾਂ ਕੋਲ ਜੰਤਰ ਮੰਤਰ ਉਦੋਂ ਨਹੀਂ ਸੀ? ਕਿ ਉਹਨਾਂ ਦੇ ਕੋਲ ਆ ਜਿਹੜੇ ਦੱਸਦੇ ਅੱਜ ਵੀ ਆਹ ਕਰੋ ਤੇ ਅਸੀਂ ਤੁਹਾਡਾ ਢਾਲਾ ਕਰਕੇ ਦੁੱਖ ਦੂਰ ਕਰ ਦਿਆਂਗੇ, ਉਦੋਂ ਉਹਨਾਂ ਕੋਲ ਨਹੀਂ ਸੀ ਹੈਗੇ। ਪੰਡਤਾਂ ਤੇ ਦੁੱਖ ਪਿਆ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਆਏ।
ਤੇ ਗੁਰੂ ਕਿਹਾ ਸਿੱਖਾ ਤੇਰੇ ਤੇ ਕੋਈ ਮੁਸੀਬਤ ਪੈਂਦੀ ਹੈ ਤੂੰ ਭੱਜ ਕੇ ਪੰਡਤਾਂ ਕੋਲ ਜਾਂਦਾ ਹੈ। ਪੱਤਰੀ ਖੋਲੋ ਜੀ, ਮੇਰੇ ਘਰ ਦਾ ਮੂੰਹ ਮੈਂ ਕਿੱਧਰ ਨੂੰ ਰੱਖਾਂ, ਮੈਂ ਰਸੋਈ ਦਾ ਮੂੰਹ ਕਿੱਧਰ ਨੂੰ ਕਰਾਂ, ਮੈਂ ਘਰ ਦਾ ਗੇਟ ਕਿੱਧਰ ਨੂੰ ਲਾਵਾਂ, ਮੈਨੂੰ ਕੋਈ ਢਾਲਾ ਦੱਸੋ, ਮੈਨੂੰ ਕੋਈ ਮੰਤਰ ਦੱਸੋ। ਵਾਹ ਗੁਰੂ ਕਿਹਾ ਸਿੱਖਾ ਤੇਰਾ ਗੁਰੂ ਐਸਾ ਸਮਰੱਥ ਹੈ, ਇਹ ਪੰਡਤ ਨੂੰ ਵੀ ਗਿਆਨ ਹੈ ਵੀ ਗੁਰੂ ਇਸ ਮੁਸੀਬਤ ਵਿੱਚੋਂ ਕੱਢੇਗਾ, ਪਰ ਤੈਨੂੰ ਸਿੱਖ ਹੋਣ ਦੇ ਬਾਵਜੂਦ ਇੰਨਾ ਗਿਆਨ ਨਹੀਂ। ਮੈਂ ਗੁਰੂ ਨੂੰ ਪਿੱਠ ਵਿਖਾ ਕੇ ਪੰਡਤ ਵੱਲ ਤੁਰਿਆ ਜਾਂਦਾ। ਜਿਹੜਾ ਆਪ ਮੁਸੀਬਤ ਵਿੱਚ ਫਸਿਆ ਉਹ ਗੁਰੂ ਕੋਲ ਆਇਆ, ਤੂੰ ਗੁਰੂ ਦਾ ਸਿੱਖ ਹੋ ਕੇ ਆਪਣੀ ਮੁਸੀਬਤ ਉਹਦੇ ਕੋਲ ਲੈ ਕੇ ਚੱਲਿਆ। ਰੋ ਵਿਚਾਰ ਉਹਨਾਂ ਸਮਿਆਂ ਦੇ ਵਿੱਚ ਗੁਰਮੁਖੋ ਕਿਸੇ ਨੂੰ ਫਰਿਆਦ ਕਰਨ ਦਾ ਵੀ ਹੁਕਮ ਨਹੀਂ ਹੈ। ਮੂੰਹ ਵਿੱਚ ਤੀਲਾ ਪਾ ਕੇ ਆਓ ਵੀ ਅਸੀਂ ਗੂੰਗੇ ਹਾਂ, ਆਗਿਆ ਹੋਵੇਗੀ ਤੇ ਬੋਲਾਂਗੇ, ਨਹੀਂ ਆਗਿਆ ਹੋਵੇਗੀ ਨਹੀਂ ਬੋਲਾਂਗੇ। ਤੇ ਵੱਡੇ ਵੱਡੇ ਜਿਹੜੇ ਚੌਧਰੀ ਸਨ ਜਾਂ ਰਿਆਸਤਾਂ ਦੇ ਮਾਲਕ ਧਨਾੜ ਲੋਕ, ਉੱਚੀਆਂ ਕੁੱਲਾਂ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਕੋਲ ਗਰੀਬ ਲੋਕਾਂ ਨੂੰ ਮੂੰਹ ਅੱਡ ਕੇ ਬਹਿਣਾ ਪੈਂਦਾ ਉਹਨਾਂ ਦੀ ਕੁਰਸੀ ਦੇ ਨਾਲ, ਮੂੰਹ ਖੋਲ ਕੇ ਉਹਦੇ ਵੱਲ ਵੇਖੀ ਜਾਣਾ। ਤੇ ਜਦੋਂ ਉਹਨੂੰ ਕਿਤੇ ਖੰਘਾਰ ਆਉਣਾ ਨਾ, ਥੁੱਕ ਆਉਣੀ, ਤੇ ਉਹਨੇ ਉਹ ਥੁੱਕ ਉਹ ਗਰੀਬ ਦੇ ਮੂੰਹ ਵਿੱਚ ਸੁੱਟਣੀ ਵੀ ਜਾ ਇਹਨੂੰ ਹੁਣ ਬਾਹਰ ਜਾ ਕੇ ਸੁੱਟ ਕੇ ਆ। ਐਸੀ ਗੁਲਾਮੀ ਹੈ ਹਿੰਦੁਸਤਾਨ ਦੇ ਲੋਕਾਂ ਵਿੱਚ। ਉਸ ਗੁਲਾਮੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਯਾਦ ਕਰਵਾਇਆ। ਇਹ ਤੇਗ ਹੱਥ ਵਿੱਚ ਫੜਾ ਕੇ, ਇਹ ਕੇਸ ਰਖਾ ਕੇ, ਖਾਲਸਾ ਬਣਾ ਕੇ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਰਹੇ ਹਮਰੀ ਗੁਰਿਆਈ। ਇਹਨਾਂ ਨੂੰ ਬਾਦਸ਼ਾਹ ਬਣਾਵਾਂਗਾ। ਜਿਨ੍ਹਾਂ ਦੇ ਮੂੰਹ ਵਿੱਚ ਲੋਕ ਥੁੱਕ ਸੁੱਟਦੇ ਨੇ, ਜਿਨ੍ਹਾਂ ਨੂੰ ਆਖਿਆ ਜਾਂਦਾ ਵੀ ਤੀਲਾ ਮੂੰਹ ਵਿੱਚ ਪਾ ਕੇ ਆਓ, ਇਹਨਾਂ ਨੂੰ ਅਸੀਂ ਖੁਦ ਮੁਖਤਿਆਰ ਬਣਾ ਦਿਆਂਗੇ। ਇਹ ਫੈਸਲੇ ਸੁਣਾਇਆ ਕਰਨਗੇ। ਐਸਾ ਖਾਲਸਾ ਸਾਜਿਆ ਮਹਾਰਾਜ ਨੇ। ਹੁਣ ਗੁਰਮੁਖੋ ਲੋਕ ਕਿਵੇਂ ਜਰਨਗੇ? ਜਿਹੜੇ ਸਾਡੇ ਗੁਲਾਮ ਨੇ ਉਹ ਗੁਲਾਮੀ ਵਿੱਚੋਂ ਕਿਵੇਂ ਬਾਹਰ ਨਿਕਲ ਜਾਣ? ਗੁਰੂ ਗੋਬਿੰਦ ਸਿੰਘ ਦੇ ਨਾਲ ਵੈਰ ਇਸ ਗੱਲ ਦਾ ਪਹਾੜੀ ਰਾਜਿਆਂ ਦਾ। ਹੋਰ ਮਹਾਰਾਜ ਤੋਂ ਕੋਈ ਉਹਨਾਂ ਨੇ ਜ਼ਮੀਨ ਨਹੀਂ ਵਡਾਉਣੀ ਹੈ, ਨਾ ਮਹਾਰਾਜ ਨੇ ਵਡਾਉਣੀ ਉਹਨਾਂ ਤੋਂ। ਤੁਸੀਂ ਇਹਨਾਂ ਗਰੀਬਾਂ ਦੇ ਹੱਕ ਵਿੱਚ ਕਿਉਂ ਖੜੇ ਹੋ? ਇਹਨਾਂ ਨੂੰ ਤਾਕਤ ਕਿਉਂ ਦਿੰਦੇ ਪਏ ਹੋ? ਇਹਨਾਂ ਨੂੰ ਸਾਡੀ ਗੁਲਾਮੀ ਤੋਂ ਆਜ਼ਾਦ ਕਿਉਂ ਕਰਦੇ ਪਏ ਹੋ? ਇਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਰੋ ਵਿਚਾਰ ਐਸੇ ਨੇ ਮਹਾਰਾਜ ਜੀ ਜਿਨ੍ਹਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਹੈ। ਪੁੱਤਰ ਬਾਕ ਕੋ ਸੁਣਤੇ ਆਨੰਦੇ। ਆਪਣੇ ਪੁੱਤਰ ਦਾ ਬਚਨ ਸੁਣਿਆ ਨਾ, ਬਾਬਾ ਅਜੀਤ ਸਿੰਘ ਨੇ ਆਖਿਆ ਧੰਨ ਪਿਤਾ ਸਤਿਗੁਰੂ ਆਗਿਆ ਦਿਓ, ਮੈਂ ਜੰਗ ਵਿੱਚ ਜਾਣਾ ਚਾਹੁੰਦਾ। ਤੇ ਗੁਰਮੁਖੋ ਮੁਸੀਬਤ ਪਵੇ ਨਾ, ਅਸੀਂ ਦੂਜੇ ਨੂੰ ਅੱਗੇ ਕਰਦੇ ਹਾਂ ਤੇ ਆਪਣੇ ਨੂੰ ਪਿੱਛੇ ਕਰਦੇ ਹਾਂ ਵੀ ਤੂੰ ਨਹੀਂ ਜਾਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਤਰ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਸ਼ਾਬਾਸ਼ ਪੁੱਤਰ, ਬੜਾ ਚੰਗੀ ਗੱਲ ਆਖੀ ਹੈ। ਯੋਧਿਆਂ ਦਾ ਕੰਮ ਹੁੰਦਾ ਲੜਨਾ, ਧਰਮ ਦਾ ਜੰਗ ਕਰਨਾ। ਪੁੱਤਰ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਹਨ। ਸ਼ਤਰਨ ਬਨ ਕੋ ਅਗਨ ਮਨਿੰਦੇ। ਮਹਾਰਾਜ ਕਹਿਣ ਲੱਗੇ ਪੁੱਤਰ, ਜਿਹੜਾ ਦੁਸ਼ਮਣ ਹੁੰਦਾ ਨਾ ਉਹ ਜੰਗਲ ਦੇ ਵਾਂਗ ਹੁੰਦਾ ਹੈ, ਤੇ ਜੰਗਲ ਨੂੰ ਜਿਹੜੀ ਅੱਗ ਹੈ ਨਾ ਉਹ ਸਾੜ ਕੇ ਨਿੱਕੀ ਜਿਹੀ ਢੇਰੀ ਸਵਾਦ ਹੀ ਬਣਾ ਦਿੰਦੀ ਹੈ। ਦੁਸ਼ਮਣ ਦੇ ਵਾਸਤੇ ਅੱਗ ਬਣ ਜਾ, ਦੁਸ਼ਮਣ ਤੇਰੇ ਵਾਸਤੇ ਜੰਗਲ ਹੈ। ਜੰਗਲ ਅੱਗ ਦਾ ਤੇ ਕੁਝ ਵਿਗਾੜ ਨਹੀਂ ਸਕਦਾ, ਪਰ ਅੱਗ ਜਿਹੜੀ ਉਹ ਜੰਗਲ ਦਾ ਕੁਝ ਨਹੀਂ ਛੱਡਦੀ ਹੈ। ਆਪਣੇ ਪੁੱਤਰ ਨੂੰ ਇਹ ਮਹਾਰਾਜ ਨੇ ਬਖਸ਼ਿਸ਼ ਵਾਲਾ ਬਚਨ ਕੀਤਾ, ਪੁੱਤਰ ਅੱਗ ਦੇ ਵਾਂਗ ਐਸਾ ਤੇਜ ਪ੍ਰਤਾਪ ਵਿਖਾਓ, ਦੁਸ਼ਮਣ ਰੂਪੀ ਜੰਗਲ ਨੂੰ ਸਾੜ ਕੇ ਸੁਆਹ ਕਰ ਦਿਓ। ਐਸੀ ਬਖਸ਼ਿਸ਼ ਕਰਦੇ ਹਨ। ਸਕਲ ਖਾਲਸੇ ਮਹਿ ਉਤਸ਼ਾਹੀ। ਸਾਰੇ ਖਾਲਸੇ ਵਿੱਚ ਮਹਾਰਾਜ ਨੇ ਬੜਾ ਉਤਸ਼ਾਹ, ਕਿਉਂਕਿ ਉਤਸ਼ਾਹ ਬਿਨਾਂ ਗੱਲ ਨਹੀਂ ਨਾ ਬਣਦੀ। ਜੇ ਆਪਾਂ ਘਰੋਂ ਬੈਠੇ ਸੋਚੀ ਜਾਈਏ ਵੀ ਪਤਾ ਨਹੀਂ ਕੰਮ ਹੋਵੇਗਾ ਕਿ ਨਹੀਂ, ਪਤਾ ਨਹੀਂ ਕਾਮਯਾਬੀ ਮਿਲੇਗੀ ਕਿ ਨਹੀਂ, ਪਤਾ ਨਹੀਂ ਕੀ ਹੋਵੇਗਾ, ਤੇ ਫਿਰ ਤੇ ਅਸੀਂ ਅੱਧੀ ਦਲੀਲ ਤੇ ਅਸੀਂ ਆਪ ਹੀ ਹਾਰ ਗਏ, ਅੱਧਾ ਜ਼ੋਰ ਤੇ ਸਾਡਾ ਨਸ਼ਟ ਤਾਂ ਹੀ ਹੋ ਗਿਆ ਵੀ ਪਤਾ ਨਹੀਂ ਹੋਵੇਗਾ ਕਿ ਨਹੀਂ। ਪਰ ਮਹਾਰਾਜ ਦੇ ਖਾਲਸਾ ਬੜਾ ਆਨੰਦ ਦੇ ਸਮੇਤ, ਬੜੇ ਉਤਸ਼ਾਹ ਦੇ ਸਮੇਤ ਹੈ। ਮੰਨ ਲਓ ਵੀ ਜੰਗ ਜਿੱਤ ਹੀ ਚੁੱਕੇ ਨੇ, ਐਸਾ ਉਤਸ਼ਾਹ ਮਹਾਰਾਜ ਦੇ ਖਾਲਸੇ ਵਿੱਚ ਹੈ। ਤੁਮਰੇ ਸਮਰਿਪ ਮੈਂ ਬਲ ਨਹੀਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਖਾਲਸਾ ਜੀ, ਤੁਹਾਡੇ ਵਰਗਾ ਬਲ ਕਿਸੇ ਵਿੱਚ ਵੀ ਨਹੀਂ ਹੈ। ਜਿਹੜਾ ਬਲ ਅਸੀਂ ਤੁਹਾਨੂੰ ਬਖਸ਼ਿਆ ਨਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਾਰੇ ਜਾਣੇ ਮਿਲ ਕੇ ਕਹੀਏ ਪ੍ਰਗਟਿਓ ਖਾਲਸਾ ਪਰਮਾਤਮ। ਇਹ ਖਾਲਸੇ ਨੂੰ ਪੈਦਾ ਪਰਮਾਤਮਾ ਨੇ ਕੀਤਾ ਹੈ। ਨਾ ਪਰਮਾਤਮਾ ਨੇ ਕਿਤੇ ਜਾਣਾ ਹੈ ਤੇ ਨਾ ਉਹਦੇ ਖਾਲਸੇ ਨੇ ਕਿਤੇ ਜਾਣਾ ਹੈ। ਇਹਨੂੰ ਮੁਕਾਉਣ ਵਾਲੇ, ਖਤਮ ਕਰਨ ਵਾਲੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਅੱਡੀ ਚੋਟੀ ਦਾ, ਭਾਵੇਂ ਇਤਿਹਾਸ ਬਦਲ ਦੇਣ, ਭਾਵੇਂ ਕਾਨੂੰਨ ਬਣਾ ਦੇਣ, ਜਿੰਨਾ ਮਰਜ਼ੀ ਯਤਨ ਕਰ ਲੈਣ,
ਇਸ ਕੌਮ ਨੂੰ, ਖਾਲਸੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਹੈ। ਜਿੰਨਾ ਚਿਰ ਉਹ ਬਾਪ ਜਿਉਂਦਾ ਨਾ, ਉਹਦੇ ਪੁੱਤਰ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਗੁਰਮੁਖੋ, ਢਹਿੰਦੀ ਕਲਾ ਵੱਲ ਨਹੀਂ ਜਾਣਾ, ਚੜ੍ਹਦੀ ਕਲਾ ਵੱਲ ਰਹਿਣਾ ਹੈ। ਇੱਥੇ ਤੇ ਭਾਈ ਗਰਜਾ ਸਿੰਘ, ਬੋਤਾ ਸਿੰਘ ਸਮੇਂ ਦੀ ਸਰਕਾਰ ਦਾ ਰਾਹ ਰੋਕ ਕੇ ਆਖਦੇ, ਸਾਡਾ ਰਾਜ ਹੈ, ਟੈਕਸ ਦਿਓਗੇ ਤੇ ਲੰਘਣ ਦੇਵਾਂਗੇ। ਇਹ ਐਸਾ ਖਾਲਸਾ ਹੈ ਮਹਾਰਾਜ ਜੀਆਂ ਦਾ। ਯਤਨ ਜਦੋਂ ਤੋਂ ਪੈਦਾ ਹੋਇਆ ਉਦੋਂ ਤੋਂ ਹੀ ਕੀਤੇ ਜਾ ਰਹੇ ਨੇ, ਅਜੇ ਤੱਕ ਤੇ ਕੋਈ ਖਤਮ ਨਹੀਂ ਕਰ ਸਕਿਆ, ਸਗੋਂ ਖਤਮ ਕਰਨ ਵਾਲੇ ਆਪ ਮਰ ਗਏ। ਪਰ ਇਹ ਕਦੇ ਖਤਮ ਨਹੀਂ ਹੋਵੇਗਾ, ਨਾ ਇਹ ਖਾਲਸਾ ਖਤਮ ਹੋਣ ਵਾਲਾ ਹੈ। ਐਸੀਆਂ ਦਾਤਾਂ ਮਹਾਰਾਜ ਨੇ ਸਾਨੂੰ ਬਖਸ਼ੀਆਂ। ਗੁਰਮੁਖੋ, ਦੂਜਾ ਬਚਨ ਇਹ ਹੈ, ਜਿਹੜੀ ਮਹਾਰਾਜ ਨੇ ਸਾਨੂੰ ਭਾਸ਼ਾ ਬਖਸ਼ੀ ਹੈ। ਪੰਜਾਬੀ ਆਪਾਂ ਬੋਲਦੇ, ਗੁਰਮੁਖੀ ਬੋਲਦੇ, ਇਸ ਭਾਸ਼ਾ ਨੂੰ ਵੀ ਖਤਮ ਨਹੀਂ ਕੀਤਾ ਜਾ ਸਕਦਾ। ਸਮੇਂ ਦੀਆਂ ਸਰਕਾਰਾਂ, ਹਕੂਮਤਾਂ ਯਤਨ ਬੜਾ ਕਰਦੀਆਂ, ਤੁਸੀਂ ਅੰਗਰੇਜ਼ੀ ਬੋਲ ਲਵੋ, ਤੁਸੀਂ ਹਿੰਦੀ ਬੋਲ ਲਵੋ, ਪੰਜਾਬੀ ਤੋਂ ਦੂਰ ਕਰ ਦਿਓ। ਜਿਹੜੀ ਭਾਸ਼ਾ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਨਿਕਲੀ, ਉਹ ਮਿਟ ਕਿਵੇਂ ਸਕਦੀ ਹੈ? ਬਾਹਰਲਿਆਂ ਦੇਸ਼ਾਂ ਦੇ ਵਿੱਚ ਵੀ ਹੁਣ ਤੇ ਇਹ ਮਿਲ ਗਿਆ, ਹੱਕ ਮਿਲ ਗਿਆ ਵੀ ਤੁਸੀਂ ਇਹ ਭਾਸ਼ਾ ਬੋਲ ਸਕਦੇ ਹੋ, ਲਿਖ ਸਕਦੇ ਹੋ। ਵੱਡੀਆਂ ਵੱਡੀਆਂ ਸਥਾਨਾਂ ਤੇ, ਏਅਰਪੋਰਟ ਵਗੈਰਾ ਤੇ ਵੀ ਬਾਹਰ ਵਿਦੇਸ਼ਾਂ ਵਿੱਚ ਪੰਜਾਬੀ ਲਿਖੀ ਮਿਲਦੀ ਹੈ। ਜਿਹੜੇ ਸਾਨੂੰ ਕਹਿੰਦੇ ਵੀ ਪੰਜਾਬੀ ਖਤਮ ਕਰਨੀ ਹੈ, ਉਹਨਾਂ ਦੀ ਭਾਸ਼ਾ ਬਾਹਰ ਕੋਈ ਨਹੀਂ ਜਾਣਦਾ ਹੈ, ਪਰ ਜਿਨ੍ਹਾਂ ਦੀ ਉਹ ਖਤਮ ਕਰਦੇ ਪਏ, ਉਹਨਾਂ ਦੀ ਭਾਸ਼ਾ ਤੇ ਵਰਲਡ ਵਿੱਚ ਬੋਲੀ ਜਾ ਰਹੀ ਹੈ, ਬਾਕੀ ਸਟੇਟਾਂ ਵਿੱਚ, ਬਾਕੀ ਕੰਟਰੀਆਂ ਵਿੱਚ ਬੋਲੀ ਜਾ ਰਹੀ ਹੈ। ਇਸ ਭਾਸ਼ਾ ਨੂੰ ਖਤਮ ਨਹੀਂ ਕੀਤਾ ਜਾਏਗਾ। ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਨਿਕਲਿਆ ਹੋਇਆ ਬਚਨ, ਨਿਕਲੀ ਹੋਈ ਭਾਸ਼ਾ, ਬਾਬਾ ਫਰੀਦ ਸਾਹਿਬ ਨੇ ਜਿਹਦੇ ਵਿੱਚ ਐਸੀਆਂ ਬਖਸ਼ਿਸ਼ਾਂ ਕੀਤੀਆਂ ਹੋਣ, ਉਸ ਭਾਸ਼ਾ ਨੂੰ ਮਿਟਾ ਕੋਈ ਨਹੀਂ ਸਕਦਾ, ਖਤਮ ਕੋਈ ਨਹੀਂ ਕਰ ਸਕਦਾ। ਇਹ ਭਾਸ਼ਾ ਵੀ ਚੜ੍ਹਦੀ ਕਲਾ ਵਿੱਚ ਹੈ, ਇਸ ਭਾਸ਼ਾ ਨੂੰ ਬੋਲਣ ਵਾਲਾ ਖਾਲਸਾ ਵੀ ਚੜ੍ਹਦੀ ਕਲਾ ਵਿੱਚ ਹੈ। ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰਿਆ ਕਰੋ, ਪੰਜਾਬੀ ਬੁਲਾਇਆ ਕਰੋ। ਇਹ ਸਰਦਾਰਾਂ ਦੀ ਭਾਸ਼ਾ ਹੈ, ਇਹ ਅਨਪੜ੍ਹਾਂ ਦੀ ਭਾਸ਼ਾ ਨਹੀਂ ਹੈ। ਮਾਨਸਿਕ ਤੌਰ ਤੇ ਆਪਾਂ ਗੁਲਾਮ ਨਹੀਂ ਹੋਣਾ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਇਹ ਉਹ ਭਾਸ਼ਾ ਹੈ ਜਿਹੜੀ ਅੱਜ ਪੂਰੀ ਵਰਲਡ ਵਿੱਚ ਬੋਲੀ ਜਾ ਰਹੀ ਹੈ, ਲੋਕ ਪਿਆਰ ਕਰਦੇ। ਐਸੀਆਂ ਦਾਤਾਂ ਮਹਾਰਾਜ ਬਖਸ਼ਦੇ ਹਨ। ਬਲ ਕਰਬੇ ਮੈਂ ਨਹਿ ਉਤਲਾਵੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਜੰਗ ਦੇ ਵਿੱਚ ਬਹੁਤਾ ਛੇਤੀ ਨਹੀਂ ਕਰਨੀ ਹੈ, ਧੀਮਾ ਧੀਮਾ ਜੰਗ ਕਰੋ, ਆਪਣੀ ਮਰਜ਼ੀ ਮੁਤਾਬਕ, ਅੱਗੇ ਬਹੁਤਾ ਨਹੀਂ ਵਧਣਾ ਹੈ। ਵਧੋ ਨਾ ਆਗੇ ਜੰਗ ਮਚਾਵੋ। ਜੰਗ ਜ਼ਰੂਰ ਕਰਨਾ, ਪਰ ਦੁਸ਼ਮਣ ਦੇ ਵਿੱਚ ਜਾ ਕੇ ਨਹੀਂ ਕਰਨਾ। ਆਪਣੇ ਟਿਕਾਣੇ ਤੇ ਬਸ ਬੈਠੇ ਰਹੋ, ਮੋਰਚਾ ਸੰਭਾਲ ਕੇ, ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦੇਣਾ ਤੇ ਆਪ ਉਹਨਾਂ ਵਿੱਚ ਜਾਣਾ ਨਹੀਂ। ਇਹ ਰਣਨੀਤੀ ਹੈ ਮਹਾਰਾਜ ਦੇ ਜੰਗ ਲੜਨ ਦੀ, ਸਮਝਾਉਂਦੇ ਹਨ। ਚਤੁਰ ਘਟੀ ਬੀਤੇ ਹਟਿਆਵੋ। ਮਹਾਰਾਜ ਕਹਿਣ ਲੱਗੇ, 4 ਘੜੀਆਂ ਡਟੇ ਰਹੋ, ਤੇ 4 ਘੜੀਆਂ ਬਾਅਦ ਫੌਜ ਦੀ ਪਲਟਨ ਬਦਲ ਜਾਵੇ। ਜਿਹੜੇ ਬੰਦੇ ਹੋਣਗੇ ਨਾ ਮੋਰਚੇ ਵਿੱਚ, ਉਹ 2 ਘੰਟੇ ਮੋਰਚੇ ਵਿੱਚ ਬੈਠਣ, ਸੰਭਾਲਣ ਜੰਗ। 2 ਘੰਟਿਆਂ ਬਾਅਦ ਉਹ ਬੰਦੇ ਵਾਪਸ ਆ ਜਾਣ ਤੇ ਉਹਨਾਂ ਦੀ ਥਾਂ ਤੇ ਨਵੇਂ ਬੰਦੇ ਬੈਠ ਜਾਣ। ਇਸ ਤਰ੍ਹਾਂ 2-2 ਘੰਟਿਆਂ ਬਾਅਦ ਆਪਣੀ ਜਿਹੜੀ ਸ਼ਿਫਟ ਹੈ ਉਸ ਨੂੰ ਬਦਲਣਾ ਕਰੋ। ਸਿੰਘਨ ਬਰਜ ਸੰਗ ਨਿਜ ਲਿਆਵੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਾਕੀ ਜਿਹੜੇ ਸਿੰਘ ਨੇ ਉਹਨਾਂ ਨੂੰ ਵੀ ਰੋਕ ਕੇ ਰੱਖਣਾ ਹੈ, ਕਿਉਂਕਿ ਕੁਝ ਸਿੰਘ ਨਵੀਂ ਜਵਾਨੀ ਵਾਲੇ ਨਾ, ਗਰਮ ਖੂਨ ਵਾਲੇ, ਤੇ ਕੁਝ ਥੋੜੀ ਸਿਆਣੀ ਉਮਰ ਵਾਲੇ, ਹੰਡੇ ਹੋਏ। ਉਹਨਾਂ ਸਿਆਣੀ ਉਮਰ ਵਾਲਿਆਂ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਇਹਨਾਂ ਨੌਜਵਾਨਾਂ ਨੂੰ ਵੀ ਸਮਝਾਉਣਾ ਹੈ, ਕਾਹਲੇ ਨਹੀਂ ਪੈਣਾ, ਦਲੇਰੀ ਵਿੱਚ ਆ ਕੇ ਦੁਸ਼ਮਣ ਦੇ ਵਿੱਚ ਨਹੀਂ ਜਾਣਾ, ਟਿਕ ਕੇ ਬੈਠੇ ਰਹੋ। 2-2 ਘੰਟਿਆਂ ਬਾਅਦ ਬਦਲਾ ਜਿਹੜਾ ਹੈ ਬੰਦਿਆਂ ਦਾ ਕਰਦੇ ਰਹੋ। ਗੁਰਮੁਖੋ, ਮਹਾਰਾਜ ਹੋਰ ਵੀ ਬਖਸ਼ਿਸ਼ਾਂ ਕਰਨਗੇ। ਇਹ ਜੰਗ ਆਪਾਂ ਸਰਵਣ ਕਰਦੇ ਰਵਾਂਗੇ। ਅੱਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ ਇਹ ਬਚਨ ਕੀਤਾ ਜਾਂਦਾ, ਪਹਿਲਾ ਪ੍ਰਕਾਸ਼ ਦਿਹਾੜਾ। ਇਹਦਾ ਮਤਲਬ ਜੇ ਪਹਿਲਾ ਹੋਇਆ ਤਾਂ ਫਿਰ ਦੂਜਾ ਵੀ ਹੋਵੇਗਾ। ਪਹਿਲਾ ਪ੍ਰਕਾਸ਼ ਤਾਂ ਕਿਹਾ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਕਰਵਾਇਆ ਹੈ, ਤੇ ਦੂਜੀ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ। ਜਦੋਂ ਸੱਚਖੰਡ ਨੂੰ ਜਾਣ ਲੱਗੇ, ਸਿੱਖਾਂ ਨੇ ਪੁੱਛਿਆ, ਮਹਾਰਾਜ ਗੁਰੂ ਦੇ ਲੜ ਲਾ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਚਲੋ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ। ਇਹ ਮੁੱਖ ਵਾਕ ਉਦੋਂ ਆਇਆ। ਇਸ ਤਰ੍ਹਾਂ ਇਹ ਬਚਨ ਤਾਂ ਸਮਝਾਇਆ ਕਿਉਂਕਿ ਕਈ ਵਾਰੀ ਸੰਗਤ ਨੂੰ ਪਤਾ ਨਹੀਂ ਹੈ ਵੀ ਪਹਿਲਾ ਪ੍ਰਕਾਸ਼ ਦਿਹਾੜਾ ਕੀ ਹੈ।
ਪਹਿਲਾ ਪ੍ਰਕਾਸ਼ ਦਿਹਾੜਾ ਜੋ ਗੁਰੂ ਅਰਜਨ ਸਾਹਿਬ ਨੇ ਮਨਾਇਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ। ਫਿਰ ਬਾਣੀ ਮਹਾਰਾਜ ਵੱਡਿਆਂ ਗੁਰਾਂ ਨੇ ਆਖਿਆ ਸੱਚੀ ਬਾਣੀ ਪੜ੍ਹਨੀ, ਕੱਚੀ ਨਹੀਂ ਪੜ੍ਹਨੀ ਹੈ, ਇਹ ਗੁਰੂ ਦਾ ਹੁਕਮ ਹੈ। ਅੱਜ ਸਾਡੇ ਵਿੱਚ ਕਈ ਐਸੇ ਪੈਦਾ ਹੋ ਗਏ ਜਿਹੜੇ ਗੁਰੂ ਦੇ ਕੋਲ ਹੀ ਬੈਠ ਕੇ ਕੱਚੀ ਬਾਣੀ ਪੜ੍ਹਦੇ, ਆਂਦੇ ਇਹ ਬੜੀ ਸਮਝ ਆਉਂਦੀ ਹੈ। ਸਮਝਾ ਜੇ ਆਪਾਂ ਸਮਝਣਾ ਚਾਹੀਏ, ਸਮਝਾਉਣਾ ਚਾਹੀਏ ਤੇ ਗੁਰਬਾਣੀ ਕਿਹੜਾ ਸਮਝ ਨਹੀਂ ਆਉਂਦੀ ਹੈ, ਬਹਾਨਾ ਹੈ, ਰੋ ਵਿਚਾਰ। ਕੱਚੀ ਬਾਣੀ ਨਾਲ ਮੁਕਤੀ ਨਹੀਂ ਹੈ, ਤਾਂ ਸੱਚੀ ਬਾਣੀ ਮਹਾਰਾਜ ਨੇ ਦਿੱਤੀ ਹੈ। ਪਰ ਇਸ ਬਾਣੀ ਵਿੱਚ ਵੀ ਲੋਕ ਰਲ ਗੱਡ ਕਰਨ ਲੱਗ ਪਏ, ਆਪੋ ਆਪਣੇ ਸ਼ਬਦ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ। ਸਿੱਖਾਂ ਨੇ ਆਖਿਆ ਮਹਾਰਾਜ ਕਿਰਪਾ ਕਰੋ, ਬਾਣੀ ਵਿੱਚ ਰਲਾ ਪੈ ਗਿਆ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਪਤਾ ਲੱਗੇਗਾ। ਗੁਰੂ ਕੇ ਸਿੱਖ ਜਿਹੜੇ ਨਾ ਪਹਿਲੇ ਸਮੇਂ ਵਿੱਚ ਬੜੇ ਸਿਆਣੇ ਸਨ ਔਰ ਬੜੇ ਸਾਵਧਾਨ ਵੀ ਸਨ। ਅੱਜ ਆਪਾਂ ਇੰਨੇ ਸਿਆਣੇ ਨਹੀਂ ਵੈਸੇ ਰਹੇ, ਅਸੀਂ ਕੇਵਲ ਆਪਣਾ ਆਪ ਸੋਚ ਕੇ ਚੱਲਦੇ ਹਾਂ। ਉਹ ਸਿੱਖ ਪਹਿਲਾਂ ਅੱਗੇ ਦਾ ਸੋਚ ਕੇ ਚੱਲਦੇ। ਕਿਸਾਨ ਨੂੰ ਆਖਿਆ ਜਾਂਦਾ ਇਹ ਅੰਨਦਾਤਾ ਹੈ, ਅੰਨ ਪੈਦਾ ਕਰਦਾ, ਪਰ ਅੱਜ ਦਾ ਕਿਸਾਨ ਜਿਹੜਾ ਹੈ ਨਾ ਉਹ ਅੰਨ ਦੇ ਨਾਲ ਨਾਲ ਜ਼ਹਿਰ ਵੀ ਪੈਦਾ ਕਰਦਾ ਪਿਆ। ਮਾਰੂ ਖਾਦਾਂ, ਮਾਰੂ ਦਵਾਈਆਂ ਪਾਈਆਂ ਜਾਂਦੀਆਂ। ਮਨ ਵਿੱਚ ਵਿਚਾਰ ਇਹ ਹੁੰਦੀ ਆ ਵੀ ਮੈਂ ਕਿੱਲਾ ਆਪਣਾ ਵੱਖਰਾ ਰੱਖ ਲਵਾਂ, ਮੈਂ ਔਰਗੈਨਿਕ ਸਬਜ਼ੀ ਪੈਦਾ ਕਰ ਲਾਂਗਾ, ਆਪਣੀ ਕਣਕ ਪਾਲ ਲਵਾਂਗਾ, ਆਪਣੇ ਵਾਸਤੇ ਮੈਂ ਸ਼ੁੱਧ ਖਾਵਾਂ, ਦੂਜਿਆਂ ਵਾਸਤੇ ਖਾਦ ਦਵਾਈ ਵਾਲੀ ਪਾ ਦਿਆਂ। ਤੇ ਗੁਰਮੁਖੋ ਘੁੰਮ ਘੁਮਾ ਕੇ ਤੇ ਆਉਣੀ ਤੇ ਸਾਡੇ ਕੋਲ ਹੀ ਹੈ ਨਾ। ਜੇ ਜਾ ਕੇ ਪੀਜ਼ਾ ਬਰਗਰ ਖਾਵਾਂਗੇ ਤੇ ਉਹੀ ਹੈ ਨਾ ਜਿਹੜਾ ਅਸੀਂ ਆਖਿਆ ਵੀ ਮੈਂ ਕਿਹੜਾ ਖਾਣਾ ਬਾਜ਼ਾਰ ਦੇ ਵਿੱਚ। ਸਾਡੇ ਘਰੇ ਨਹੁੰ ਵੀ ਆਉਣੀ ਹੈ, ਸਾਡੀ ਧੀ ਵੀ ਗਾਂਹ ਜਾਣੀ ਹੈ, ਤੇ ਫਿਰ ਉਹ ਮੁੜ ਮੁੜ ਕੇ ਜਿਹੜੀ ਖੁਰਾਕ ਹੈ ਨਾ ਉਹ ਜ਼ਹਿਰੀਲੀ। ਅਸੀਂ ਸੋਚ ਲਿਆ ਵੀ ਮੈਂ ਤੇ ਆਪਣੀ ਔਰਗੈਨਿਕ ਛਕਦਾ ਪਿਆ, ਦੂਜਿਆਂ ਨੂੰ ਖਵਾਓ ਜ਼ਹਿਰ ਵਾਲੀ, ਉਹ ਘੁੰਮ ਘੁਮਾ ਕੇ ਸਾਡੇ ਕੋਲ ਹੀ ਆਉਣੀ ਹੈ। ਇਹ ਸਾਡੀ ਇੱਕ ਸੋਚ ਵਿੱਚ ਫਰਕ ਹੈ। ਜ਼ਹਿਰ ਵਾਲੀ ਖੁਰਾਕ ਖਾ ਕੇ ਕਿੰਨੇ ਕੁ ਅਮੀਰ ਹੋ ਜਾਵਾਂਗੇ, ਤੇ ਜ਼ਹਿਰ ਵਾਲੀ ਖੁਰਾਕ ਜਿਹੜੀ ਹੈ ਕਿੰਨਾ ਨੁਕਸਾਨ ਕਰੇਗੀ। ਪੰਜਾਬ ਦੀ ਧਰਤੀ ਤੇ ਕਿੰਨੇ ਕੈਂਸਰ ਹਸਪੀਟਲ ਖੁੱਲ੍ਹ ਗਏ, ਭਿਆਨਕ ਬਿਮਾਰੀਆਂ ਦੇ ਹਸਪੀਟਲ ਖੁੱਲ੍ਹ ਗਏ। ਉਹ ਕਿਵੇਂ ਖੁੱਲ੍ਹੇ? ਅਸੀਂ ਆਪ ਖੁਲਾਏ, ਆਪ ਕੀਤਾ ਸਾਰਾ ਕੁਝ ਆਪਣੇ ਹੱਥੀਂ। ਕੋਈ ਸਾਡੀ ਫਸਲ ਨੂੰ ਬਾਹਰੋਂ ਤਾਂ ਨਹੀਂ ਨਾ ਦਵਾਈ ਖਾਦ ਪਾ ਦਿੰਦਾ, ਅਸੀਂ ਆਪ ਪਾਉਣੇ ਆ ਜ਼ਹਿਰ। ਨਾਲੇ ਗਾਣਾ ਲਾ ਲਈਦਾ ਵੀ ਮੈਂ ਮੌਜਾਂ ਕਰਦਾ ਪਿਆ ਤੇ ਆ ਵੇਖੋ ਜ਼ਹਿਰ ਪਾਉਂਦਾ ਪਿਆ। ਇਹ ਸਾਡੀ ਸੋਚ ਮਾੜੀ ਹੈ, ਸੀਮਤ ਹੈ। ਜੇ ਦਾਦਾ ਪੁੱਤਰ ਬਾਰੇ, ਪੋਤਰੇ ਬਾਰੇ, ਪੋਤਰੇ ਬਾਰੇ ਸੋਚ ਨਹੀਂ ਰੱਖੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ? ਅਸੀਂ ਆਪਣੇ ਤੱਕ ਹੀ ਸੀਮਤ ਰਹਿ ਗਏ। ਪਰ ਉਹ ਜਿਹੜੇ ਮਹਾਰਾਜ ਦੇ ਸਿੰਘ ਸਨ ਉਹ ਬੜਾ ਲੰਮਾ ਸੋਚਦੇ। ਮਹਾਰਾਜ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਬਾਣੀ ਪੜ੍ਹਨਗੀਆਂ ਜੇ ਬਾਣੀ ਵਿੱਚ ਮਿਲਾਵਟ ਪੈ ਗਈ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬੜਾ ਚੰਗਾ ਬਚਨ ਹੈ। ਸਤਿਗੁਰਾਂ ਨੇ ਉਸੇ ਵੇਲੇ ਸੰਗਤਾਂ ਦੇ ਕੋਲੋਂ ਬਾਣੀ ਇਕੱਠੀ ਕਰਵਾਈ, ਬਾਣੀ ਦੇ ਸ਼ਬਦ ਲਿਖਵਾ ਕੇ ਉਹਨਾਂ ਦੀ ਬਾਣੀ ਉਹਨਾਂ ਨੂੰ ਵਾਪਸ ਕਰ ਦਿੱਤੀ। ਗੋਇੰਦਵਾਲ ਮਹਾਰਾਜ ਦੇ ਵੱਡੇ ਮਾਮਾ ਜੀ ਦੇ ਕੋਲ ਪੋਥੀਆਂ ਪਈਆਂ ਹੋਈਆਂ ਗੁਰਬਾਣੀ ਦੀਆਂ, ਆਪ ਲੈਣ ਵਾਸਤੇ ਗਏ ਮਹਾਰਾਜ ਜੀ, ਸਾਡਾ ਭਲਾ ਕਰਨ ਵਾਸਤੇ। ਪੋਥੀਆਂ ਲਿਆਂਦੀਆਂ ਅੰਮ੍ਰਿਤਸਰ ਦੀ ਧਰਤੀ ਤੇ। ਇਤਿਹਾਸ ਲੰਮਾ ਹੈ, ਦੁਪਹਿਰੇ ਆਪਾਂ ਕਥਾ ਵਿੱਚ ਸਾਰੇ ਬਚਨ ਸਰਵਣ ਕੀਤੇ। ਫਿਰ ਭਾਈ ਗੁਰਦਾਸ ਜੀ ਨੂੰ ਲਾ ਕੇ ਸਾਰੀ ਬਾਣੀ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਲਿਖੀ ਹੈ। ਸਾਰੀ ਬਾਣੀ ਲਿਖਣ ਤੋਂ ਮਗਰੋਂ ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਸਿੱਖਾਂ ਦੀ ਬਾਣੀ, ਗੁਰੂਆਂ ਦੀ ਬਾਣੀ, ਸਾਰੀ ਬਾਣੀ ਲਿਖ ਕੇ ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਕਰੀਏ? ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਆਪ ਸਰਬੱਥ ਹੋ, ਆਪ ਸਰਬੱਗ ਹੋ, ਪਰ ਜੇ ਫਿਰ ਵੀ ਪੁੱਛਿਆ ਤੇ ਹਰਿਮੰਦਰ ਸਾਹਿਬ ਤੋਂ ਚੰਗੀ ਜਗ੍ਹਾ ਕੋਈ ਨਹੀਂ ਹੈ। ਬਚਨ ਸੁਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਵਾਹ ਭਲੀ, ਬੜੀ ਚੰਗੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੀੜ੍ਹੇ ਦੇ ਉੱਪਰ ਬਿਰਾਜਮਾਨ ਕਰਕੇ ਮਹਾਨ ਗੁਰਸਿੱਖ ਸੇਵਾ ਤੇ ਸਿਮਰਨ ਦੇ ਪੁੰਜ 6 ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਦੇ ਸੀਸ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ। ਆਪ ਚੌਰ ਫੜਿਆ ਹੱਥ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ
ਨਗਾਰੇ ਵਜਾਉਂਦਿਆਂ ਹੋਇਆਂ, ਖੜਤਾਲਾਂ ਵਜਾਉਂਦਿਆਂ ਹੋਇਆਂ, ਚਿਮਟੇ ਵਜਾਉਂਦਿਆਂ ਹੋਇਆਂ, ਸ਼ਬਦ ਪੜ੍ਹਦਿਆਂ ਹੋਇਆਂ ਰਾਮਸਰ ਦੀ ਪਵਿੱਤਰ ਧਰਤੀ ਤੋਂ ਚੱਲ ਕੇ ਹਰਿਮੰਦਰ ਸਾਹਿਬ ਦੇ ਦਿਨ, ਅੱਜ ਦੇ ਦਿਨ ਜਿਹੜਾ ਆਪਾਂ ਮਨਾਉਂਦੇ ਪਏ ਹਾਂ, ਅੰਮ੍ਰਿਤ ਵੇਲੇ ਜਦੋਂ ਆਸਾ ਦੀ ਵਾਰ ਲੱਗਦੀ ਹੈ, ਉਸ ਵੇਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਹਰਿਮੰਦਰ ਸਾਹਿਬ ਦੇ ਵਿੱਚ ਪਹੁੰਚੇ। ਬੜੇ ਸੋਹਣੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ। ਸਾਰੀ ਸੰਗਤ ਬੈਠੀ ਹੈ। ਮਹਾਰਾਜ ਵਾਸਤੇ ਸੋਹਣਾ ਆਸਣ ਲਿਆਂਦਾ ਬੈਠਣ ਵਾਸਤੇ। ਮਹਾਰਾਜ ਕਹਿੰਦੇ ਨਹੀਂ, ਅੱਜ ਅਸੀਂ ਸੰਗਤ ਵਿੱਚ ਹੀ ਬੈਠਾਂਗੇ। ਸੰਗਤ ਵਿੱਚ ਬੈਠ ਗਏ। ਬਾਬਾ ਬੁੱਢਾ ਸਾਹਿਬ ਨੂੰ ਹੁਕਮ ਹੋਇਆ। ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਸੋ ਮੁੱਖ ਵਾਕ ਲੈ ਕੇ ਸੰਗਤ ਨੂੰ ਸਰਵਣ ਕਰਵਾਓ, ਕੀ ਫਰਮਾਨ ਆਇਆ ਹੈ। ਤੇ ਬਾਬਾ ਬੁੱਢਾ ਸਾਹਿਬ ਨੇ ਜਦੋਂ ਫਰਮਾਨ ਸ਼ਰਵਣ ਕਰਵਾਇਆ ਨਾ, ਬਾਣੀ ਦਾ ਬਚਨ ਆ ਗਿਆ, ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਹਰ ਕੰਮ ਕਰਾਵਨ। ਇਹ ਮੁੱਖ ਵਾਕ ਮਹਾਰਾਜ ਨੇ ਬਖਸ਼ਿਆ ਤੇ ਸਾਰੀ ਸੰਗਤ ਨੂੰ ਮਹਾਰਾਜ ਜੀਆਂ ਨੇ ਮੁੱਖ ਵਾਕ ਸ਼ਰਵਣ ਕਰਵਾਇਆ। ਤੇ ਫਿਰ ਕੋਠਾ ਸਾਹਿਬ ਦੇ ਸਥਾਨ ਤੇ ਸੁਖ ਆਸਨ। ਅੱਜ ਵੀ ਤੁਸੀਂ ਅਕਾਲ ਤਖਤ ਸਾਹਿਬ ਦਰਸ਼ਨ ਕਰਨ ਜਾਂਦੇ ਹੋ। ਅਕਾਲ ਤਖਤ ਸਾਹਿਬ ਜਦ ਅੰਦਰ ਵੜਦੇ ਆ, ਸਾਰਿਆਂ ਤੋਂ ਪਹਿਲਾਂ ਖੱਬੇ ਹੱਥ ਕੋਠਾ ਸਾਹਿਬ ਦਾ ਸਥਾਨ ਬਣਿਆ ਹੈ। ਉੱਥੇ ਸੋਹਣਾ ਪਲੰਘਾ ਲੱਗਾ। ਅੱਜ ਵੀ ਉੱਥੋਂ ਹੀ ਸਰੂਪ ਆਉਂਦਾ। ਜਦੋਂ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ ਨਾ, ਉਸੇ ਸਥਾਨ ਤੋਂ ਅੱਜ ਵੀ ਸਰੂਪ ਇਸੇ ਤਰ੍ਹਾਂ ਹੀ ਆਉਂਦਾ ਹੈ, ਪਾਲਕੀ 'ਚ ਬਿਰਾਜਮਾਨ ਹੋ ਕੇ, ਕਿਉਂਕਿ ਮਹਾਰਾਜ ਜੀਆਂ ਨੇ ਜਿਹੜੀ ਮਰਿਆਦਾ ਦੱਸੀ ਹੈ। ਤੇ ਫਿਰ ਕੋਠਾ ਸਾਹਿਬ ਬਿਰਾਜਮਾਨ ਕਰਵਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਮੁਖੋ ਇਤਿਹਾਸਕਾਰ ਇਹ ਗੱਲ ਕਹਿੰਦੇ ਵੀ ਉਸ ਤੋਂ ਬਾਅਦ ਕਦੇ ਮੰਜੇ ਤੇ ਨਹੀਂ ਸਨ ਸੁੱਤੇ। ਉਸ ਦਿਨ ਤੋਂ ਬਾਅਦ 'ਚ ਥੱਲੇ ਸੌਂਦੇ ਮਹਾਰਾਜ ਧਰਤੀ ਤੇ ਚਾਦਰਾ ਵਿਛਾ ਕੇ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਵਾਲੇ ਦਿਨ, ਜਿਹੜਾ ਅੱਜ ਦਿਹਾੜਾ ਬਣਦਾ ਹੈ, ਕਈ ਵਾਰੀ ਕੁਝ ਸੰਗਤਾਂ ਕਹਿ ਦਿੰਦੀਆਂ ਵੀ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ, ਅਗਸਤ ਵਿੱਚ ਮਨਾਇਆ ਜਾ ਰਿਹਾ। ਗੁਰਮੁਖੋ ਸਿੱਧਾ ਜਿਹਾ ਬਚਨ ਸਮਝਣ ਵਾਸਤੇ ਇਹ ਹੈ ਵੀ ਗੁਰੂ ਅਰਜਨ ਸਾਹਿਬ ਦੇ ਸਮੇਂ ਇਹ ਸਤੰਬਰ ਵਗੈਰਾ, ਅਗਸਤ ਵਗੈਰਾ ਮਹੀਨੇ ਨਹੀਂ ਸਨ ਹੁੰਦੇ। ਉਸ ਵੇਲੇ ਦੇਸੀ ਮਹੀਨੇ ਸਨ। ਤੇ ਮੱਸਿਆ ਤੋਂ ਅਗਲੇ ਦਿਨ ਮਹਾਰਾਜ ਨੇ ਪ੍ਰਕਾਸ਼ ਕਰਵਾਇਆ ਸੀ। ਕੱਲ੍ਹ ਮੱਸਿਆ ਦਾ ਦਿਹਾੜਾ ਲੰਘਿਆ ਨਾ, ਮੱਸਿਆ ਤੋਂ ਅਗਲੇ ਦਿਨ, ਕਿਉਂਕਿ ਇਹ ਜਿਹੜੀ ਸੁਦੀ ਤੇ ਵਧੀ ਹੈ ਨਾ, ਇਹ 14 ਦਿਨ ਦਾ ਇਹ ਚੱਲਦਾ ਹੈ। 14 ਦਿਨ ਸੁਦੀ ਦੇ, 14 ਦਿਨ ਵਧੀ ਦੇ, 1 ਦਿਨ ਮੱਸਿਆ ਦਾ, 1 ਦਿਨ ਪੁੰਨਿਆਂ ਦਾ। ਇਸ ਤਰ੍ਹਾਂ ਇਹ 30 ਦਿਨਾਂ ਦਾ ਮਹੀਨਾ ਮੁਕੰਮਲ ਹੁੰਦਾ ਹੈ। ਮੱਸਿਆ ਤੋਂ ਅਗਲੇ ਦਿਨ ਸੁਦੀ ਸ਼ੁਰੂ ਹੁੰਦੀ ਹੈ, 14 ਦਿਨ ਚੱਲਦੀ ਹੈ। ਫਿਰ ਪੁੰਨਿਆਂ ਦਾ ਦਿਹਾੜਾ ਆਉਂਦਾ ਹੈ, ਫਿਰ ਅੱਗੇ ਵਧੀ ਚੱਲਦੀ ਹੈ, ਫਿਰ 14 ਦਿਨਾਂ ਬਾਅਦ ਫਿਰ ਜਾ ਕੇ ਮੱਸਿਆ। ਇਸ ਤਰ੍ਹਾਂ ਉਹ ਚੱਲਦਾ ਰਹਿੰਦਾ ਕਰਮਵਾਰ ਕੈਲੰਡਰ। ਸਤਿਗੁਰਾਂ ਨੇ ਭਾਦਰੋਂ ਸੁਦੀ ਏਕਮ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 1661 ਬਿਕਰਮੀ ਸੰਮਤ ਨੂੰ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ। ਸਾਨੂੰ ਪੂਰੇ ਗੁਰੂ ਦੀ ਬਾਣੀ ਦੇ ਲੜ ਲਾਇਆ। ਇਹ ਅੱਜ ਦਾ ਇਤਿਹਾਸ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਜੰਗ ਲੜਾਉਣਗੇ ਆਪਣੇ ਖਾਲਸੇ ਨੂੰ, ਕੱਲ੍ਹ ਨੂੰ ਫਿਰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਥਾ ਹੈ ਨਾ ਛੂਟੀਆ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ